ਸਲੋਕ। ਆਦਿ ਸੱਚ ਜੁਗਾਦਿ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਆਦਿ ਤੋਂ ਸੱਚ ਹੈ। ਆਦਿ ਦਾ ਭਾਵ ਹੈ ਸ਼ੁਰੂਆਤ। ਜਦੋਂ ਕੁਝ ਵੀ ਨਹੀਂ ਹੈ ਉਹ ਸਾਰਿਆਂ ਦਾ ਮੁੱਢ ਹੈ, ਸਾਰਿਆਂ ਦੀ ਸ਼ੁਰੂਆਤ ਹੈ। ਉਹ ਆਦਿ ਤੋਂ ਹਮੇਸ਼ਾ ਰਹਿਣ ਵਾਲਾ ਹੈ। ਆਦਿ ਤੋਂ ਇੱਦਾਂ ਦਾ ਹੈ ਵੀ ਜਦੋਂ ਕੋਈ ਕੁਝ ਵੀ ਨਹੀਂ ਸੀ, ਜੋ ਸਾਡੀਆਂ ਅੱਖਾਂ ਦੇ ਸਾਹਮਣੇ ਨਜ਼ਰ ਆਉਂਦਾ ਹੈ ਚਾਹੇ ਨਹੀਂ ਨਜ਼ਰ ਆਉਂਦਾ ਹੈ, ਹਰ ਇੱਕ ਚੀਜ਼ ਦਾ ਆਦਿ ਹੈ। ਮਹਾਰਾਜ ਕਹਿੰਦੇ ਉਹਨਾਂ ਸਾਰੀਆਂ ਚੀਜ਼ਾਂ ਦਾ ਆਦਿ ਹੈ ਵਾਹਿਗੁਰੂ, ਅਤੇ ਉਸ ਆਦਿ ਤੋਂ ਹੀ ਹਰ ਸਮੇਂ ਤੋਂ ਮਾਲਕ ਸੱਚ ਹੈ। ਸ਼ੁਰੂਆਤ ਤੋਂ ਵੀ ਮਾਲਕ ਸੱਚ ਹੈ। ਫਿਰ ਜੁਗਾਦ ਸੱਚ, ਇਹ ਦੋ ਲਫ਼ਜ਼ ਜੁਗ ਅਤੇ ਆਦਿ, ਇਹਨੂੰ ਇੱਦਾਂ ਸਮਝਣਾ ਹੋਵੇ ਤਾਂ ਜ਼ਿਆਦਾ ਵਧੀਆ ਸਮਝਿਆ ਜਾ ਸਕਦਾ ਹੈ। ਇੱਕ ਹੁੰਦਾ ਹੈ ਆਦਿ, ਜਦੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ। ਫਿਰ ਇੱਕ ਸਮਾਂ ਆਉਂਦਾ ਹੈ ਜਿਹਨਾਂ ਨੂੰ ਕਿਹਾ ਜਾਂਦਾ ਹੈ ਜੁਗਾਦ, ਜਦੋਂ ਯੁੱਗ ਸ਼ੁਰੂ ਹੋ ਜਾਂਦੇ ਨੇ। ਗੁਰਮਤਿ ਫਿਲਾਸਫੀ ਦੇ ਵਿੱਚ ਯੁਗਾਂ ਦਾ ਸੰਬੰਧ ਸੁਭਾਅ ਦੇ ਨਾਲ ਹੈ। ਇਸ ਸਮੇਂ ਦੇ ਵਿੱਚ ਵਿਚਰਦਾ ਬੰਦਾ ਸਵਰਗ ਦੇ ਵਿੱਚ ਵੀ ਵਾਹਿਗੁਰੂ, ਸਤਯੁਗ ਦੇ ਵਿੱਚ ਵੀ ਹੋ ਸਕਦਾ ਹੈ ਅਤੇ ਕਲਯੁਗ ਦੇ ਵਿੱਚ ਵੀ ਹੋ ਸਕਦਾ ਹੈ। ਪਰ ਹਿੰਦੂ ਮੈਥੋਲੋਜੀ ਦੇ ਹਿਸਾਬ ਦੇ ਨਾਲ ਇਹ ਸਮੇਂ ਟਾਈਮ ਦੇ ਨੇ ਕਿ ਪਹਿਲਾਂ ਸਤਯੁਗ ਬੀਤਿਆ ਹੈ, ਤ੍ਰੇਤਾ, ਦੁਆਪਰ ਅਤੇ ਕਲਯੁਗ ਦੀ ਗੱਲ ਆਉਂਦੀ ਹੈ। ਇਹ ਚਾਰ ਯੁੱਗ ਮੁੱਖ ਤੌਰ ਦੇ ਉੱਤੇ ਮੰਨੇ ਜਾਂਦੇ ਨੇ। ਹੁਣ ਜੇ ਇੱਕ ਹਿਸਾਬ ਦੇ ਨਾਲ ਅਸੀਂ ਇਹ ਸੋਚਦੇ ਹਾਂ ਵੀ ਸਤਯੁਗ ਜਿਹੜਾ ਹੈ ਉਹ ਯੁਗਾਂ ਦੀ ਸ਼ੁਰੂਆਤ ਹੈ, ਅਤੇ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਰੱਬ ਹੈ ਉਹ ਯੁੱਗ ਆਦਿ ਹੈ, ਉਹ ਯੁਗਾਂ ਦਾ ਵੀ ਆਦਿ ਹੈ। ਰੱਬ ਸਤਯੁਗ ਕਰਕੇ ਨਹੀਂ ਹੈ, ਸਤਯੁਗ ਰੱਬ ਦੇ ਕਰਕੇ ਹੈ। ਸਤਯੁਗ ਦੇ ਵਿੱਚ ਜਿਸ ਨੇ ਵੀ ਜਨਮ ਲਿਆ ਹੋਵੇ, ਤ੍ਰੇਤੇ ਦੇ ਵਿੱਚ ਜਿਸ ਨੇ ਵੀ ਜਨਮ ਲਿਆ ਹੋਵੇ, ਦੁਆਪਰ ਦੇ ਵਿੱਚ, ਕਲਯੁਗ ਦੇ ਵਿੱਚ ਜਿਸ ਨੇ ਵੀ ਜਨਮ ਲਿਆ ਹੋਵੇ, ਇੱਕ ਤਾਂ ਗੱਲ ਪੱਕੀ ਹੈ ਵੀ ਉਹਨਾਂ ਸਾਰਿਆਂ ਦੇ ਨਾਲੋਂ ਪਹਿਲਾਂ ਹੈ ਉਹ ਯੁੱਗ। ਕੋਈ ਰੱਬ ਦੇ ਨਾਮ ਦੇ ਉੱਤੇ ਅਵਤਾਰ, ਕੋਈ ਰੱਬ ਦੇ ਨਾਮ ਦੇ ਉੱਤੇ ਦੇਵਤਾ, ਜਿਸ ਨੇ ਵੀ ਜਨਮ ਲਿਆ ਹੈ ਉਸ ਯੁੱਗ ਦੇ ਅਧੀਨ ਜਨਮ ਲਿਆ ਹੈ, ਉਹ ਯੁੱਗਾਂ ਤੋਂ ਬਾਅਦ ਹੈ। ਪਰ ਰੱਬ ਕੀ ਹੈ? ਮਹਾਰਾਜ ਕਹਿੰਦੇ ਨੇ ਰੱਬ ਯੁੱਗਾਂ ਦਾ ਵੀ ਆਦਿ ਹੈ। ਇੱਕ ਤੇ ਹੈ ਆਪ ਸਾਰਿਆਂ ਦੀ ਸ਼ੁਰੂਆਤ ਹੈ, ਦੂਜਾ ਫਿਰ ਉਹ ਯੁੱਗਾਂ ਦੇ ਵੀ ਮੁੱਢ ਤੋਂ ਹੈ, ਯੁੱਗਾਂ ਤੋਂ ਵੀ ਪਹਿਲਾਂ ਹੈ। ਯੁੱਗ ਹੋਣ ਨਾ ਹੋਣ ਮਾਲਕ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹੈ ਭੇ ਸੱਚ। ਜਪਜੀ ਸਾਹਿਬ ਦੇ ਵਿੱਚ ਇਹਨੂੰ ਹੈ ਭੀ ਪੜ੍ਹਦੇ ਹਾਂ, ਇਹ ਭੱਬੇ ਨੂੰ ਬਿਹਾਰੀ ਹੈ। ਅਤੇ ਵੈਸੇ ਇਹ ਬੜੇ ਸੋਹਣੇ ਅਰਥ ਨੇ। ਸਾਨੂੰ ਚੰਗੀ ਤਰ੍ਹਾਂ ਜਾਂ ਤਾਂ ਅਸੀਂ ਪੜ੍ਹਦੇ ਹੀ ਨਹੀਂ ਜਾਂ ਸਾਨੂੰ ਪੜ੍ਹਾਇਆ ਹੀ ਨਹੀਂ ਜਾਂਦਾ। ਇਹਨੂੰ ਹੈਪੀ ਇਕੱਠਾ ਪੜ੍ਹਦੀਏ ਅਤੇ ਸਮਝ ਨਹੀਂ ਲੱਗਦੀ। ਇਹਨੂੰ ਵੱਖਰਾ ਕਰਕੇ ਪੜ੍ਹਦੀਏ ਹੈ ਭੀ ਸੱਚ, ਅਤੇ ਆਪਣੇ ਆਪ ਹੀ ਅਰਥ ਕਲੀਅਰ ਹੋ ਜਾਂਦੇ ਨੇ ਵੀ ਹੁਣ ਵੀ ਸੱਚ ਹੈ, ਹੁਣ ਵੀ ਸੱਚ ਹੈ। ਹੁਣ ਪੰਜਾਬੀ ਦੇ ਵਿੱਚ ਭੱਬੇ ਦੀ ਥਾਂ 'ਤੇ ਵਵਾ ਵਰਤਿਆ ਜਾਂਦਾ ਹੈ, ਪਰ ਲਗਭਗ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੇ ਟਾਈਮ ਤੱਕ ਵੀ ਉਹਨਾਂ ਨੇ ਵਵੇ ਦੀ ਥਾਂ 'ਤੇ ਭੱਬਾ ਅੱਖਰ ਹੀ ਵਰਤਿਆ ਹੈ। ਸਿਹਾਰੀ ਅਤੇ ਬਿਹਾਰੀ ਜਿਹੜੀ ਇਹ ਛੋਟੀ ਮਾਤਰਾ ਲੱਗੀ ਹੋਈ ਹੈ, ਇਹ ਗੁਰਬਾਣੀ ਲਿਖਤ ਦਾ ਹਿਸਾਬ ਹੈ ਵੀ ਕਿਉਂ ਲਾਈ ਸਤਿਗੁਰੂ ਨੇ। ਇਹ ਤਾਂ ਸਤਿਗੁਰੂ ਹੀ ਜਾਣਦੇ ਨੇ, ਪਰ ਵਿਚਾਰਵਾਨ ਇਸ ਗੱਲ ਨੂੰ ਕਹਿੰਦੇ ਨੇ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਅਤੇ ਅਕਸਰ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਿਪੀਟ ਹੋਏ ਨੇ, ਜਿੱਦਾਂ ਆਸਾ ਰਾਗ ਦਾ ਸੋਧਰ ਵਾਲਾ ਸ਼ਬਦ ਹੈ, ਹੋਰ ਵੀ ਕਈ ਸ਼ਬਦ ਨੇ ਰਿਪੀਟ ਹੋਏ ਨੇ। ਅਤੇ ਸਾਡੀ ਇੱਕ ਆਦਤ ਇਹ ਹੁੰਦੀ ਹੈ ਵੀ ਜਿਹੜੇ ਸ਼ਬਦ ਸਾਨੂੰ ਯਾਦ ਹੁੰਦੇ ਨੇ ਉਹ ਅਸੀਂ ਸੋਚਦੇ ਹਾਂ ਵੀ ਇਹ ਤਾਂ ਯਾਦ ਹੀ ਹੈ। ਫਿਰ ਅਸੀਂ ਚੰਗੀ ਤਰ੍ਹਾਂ ਬਿਨਾਂ ਵੇਖਿਆਂ ਉੱਦਾਂ ਹੀ ਸਪੀਡ ਦੇ ਨਾਲ ਉਹਨਾਂ ਨੂੰ ਪੜ੍ਹ ਜਾਂਦੇ ਹਾਂ। ਔਰ ਵੇਖੋ ਸਾਨੂੰ ਲੱਗੇ ਵੀ ਸ਼ਾਇਦ ਇਹ ਗੱਲ ਨਹੀਂ ਹੈ ਇੱਦਾਂ, ਅਤੇ ਪਰ ਸੋਚ ਕੇ ਵੇਖਿਓ ਤੂੰ ਠਾਕੁਰ ਤੂੰ ਪਹਿ ਅਰਦਾਸ ਵਾਲੀ ਸਾਡੀ ਇੱਥੇ ਇਹੋ ਹੀ ਕਿਰਪਾ ਹੋਈ ਹੈ ਸਾਡੇ ਉੱਤੇ ਵੀ ਸਾਨੂੰ ਲੱਗਦਾ ਅਤੇ ਸਾਨੂੰ ਯਾਦ ਹੀ ਹੈ। ਇਸ ਕਰਕੇ ਉੱਚੇ ਤੇ ਉੱਚਾ ਭਗਵੰਤ ਤੇ ਬੜੇ ਵਿਰਲੇ ਪੜ੍ਹਦੇ ਨੇ, ਉੱਚੇ ਸੇ ਉੱਚਾ ਭਗਵੰਤ ਸਾਰੇ ਹੀ ਪੜ੍ਹੀ ਜਾਂਦੇ ਨੇ, ਕਿਉਂਕਿ ਸਾਨੂੰ ਲੱਗਦਾ ਯਾਦ ਹੈ। ਔਰ ਈਵਨ ਕਿ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਗੁਟਕਾ ਸਾਹਿਬ ਸਾਹਮਣੇ ਹੁੰਦਾ ਤਾਂ ਵੀ ਉੱਚੇ ਸੇ ਉੱਚਾ ਹੀ ਪੜ੍ਹ ਜਾਂਦੇ ਨੇ। ਕਿਉਂ? ਕਿਉਂਕਿ ਯਾਦ ਹੀ ਉਹ ਹੋ ਗਿਆ ਹੈ। ਸਾਨੂੰ ਪਤਾ ਵੀ ਸਾਨੂੰ ਯਾਦ ਹੈ, ਇਸ ਕਰਕੇ ਅਸੀਂ ਧਿਆਨ ਦੇ ਨਾਲ ਪੜ੍ਹਿਆ ਹੀ ਨਹੀਂ। ਮਹਾਰਾਜ ਬਖਸ਼ ਲਵੇ। ਵਿਚਾਰਵਾਨ ਕਹਿੰਦੇ ਨੇ ਕਿ ਬਾਣੀ ਪੜ੍ਹਦਿਆਂ ਸਾਡਾ ਧਿਆਨ ਜਿਹੜਾ ਹੈ ਉਹ ਅੱਖਾਂ ਸਾਡੀਆਂ ਪਾਠ ਦੇ ਉੱਪਰ ਹੋਣ, ਸਾਨੂੰ ਪਤਾ ਲੱਗੇ ਵੀ ਜੋ ਮਹਾਰਾਜ ਨੇ ਲਿਖਿਆ ਹੈ ਅਰਥ ਭਾਵੇਂ ਸੇਮ ਹੀ ਨੇ, ਪਰ ਸਾਡਾ ਧਿਆਨ ਕਿੰਨਾ ਕੁ ਹੈ ਅੱਖਰਾਂ ਦੇ ਵੱਲ, ਅਸੀਂ ਅੱਖਰਾਂ ਨੂੰ ਕਿੰਨਾ ਕੁ ਪੜ੍ਹਦੇ ਹਾਂ ਧਿਆਨ ਦੇ ਨਾਲ। ਇਸ ਕਰਕੇ
ਪ੍ਰੋਨੰਸੀਏਸ਼ਨ ਦਾ ਥੋੜ੍ਹਾ ਜਿਹਾ ਫਰਕ ਹੈ ਉਚਾਰਨ ਦਾ। ਹੈ ਭੇ ਸੱਚ ਦਾ ਮਤਲਬ ਹੈ ਵੀ ਹੁਣ ਵੀ ਸੱਚ ਹੈ। ਹੋਸੀ ਹੋਵੇਗਾ। ਹੁਣ ਸਾਡਾ ਜਿਹੜਾ ਲਫ਼ਜ਼ ਹੈ ਖਾਸ ਕਰਕੇ ਇੱਧਰ ਦੀ ਪੰਜਾਬੀ ਦਾ, ਉਹਦੇ ਵਿੱਚ ਗਾ ਲਫ਼ਜ਼ ਦੇ ਨਾਲ ਫਿਊਚਰ ਸ਼ਬਦ ਵਰਤਿਆ ਜਾਂਦਾ ਹੈ। ਸਤਿਗੁਰੂ ਦੀ ਬਾਣੀ ਦੇ ਵਿੱਚ ਹੋਸੀ, ਹੋਵਗ, ਥੀਸੀ, ਇਹ ਜਿੰਨੇ ਸ਼ਬਦ ਨੇ ਇਹ ਸਾਰੇ ਫਿਊਚਰ ਦੇ ਬਾਰੇ ਦੱਸਦੇ ਨੇ। ਹੈ ਭੇ ਸੱਚ ਦਾ ਮਤਲਬ ਹੈ ਵੀ ਹੁਣ ਵੀ ਸੱਚ ਹੈ। ਹੋਸੀ ਭੇ ਸੱਚ ਦਾ ਮਤਲਬ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਹਮੇਸ਼ਾ ਰਹੇਗਾ। ਯੁੱਗ ਰਹਿਣ ਨਾ ਰਹਿਣ, ਅਸੀਂ ਰਹੀਏ ਨਾ ਰਹੀਏ, ਸਮਾਂ ਰਹੇ ਨਾ ਰਹੇ, ਕੋਈ ਫਰਕ ਨਹੀਂ ਪੈਂਦਾ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਸ਼ੁਰੂ ਵੇਲੇ, ਮੱਧ ਵੇਲੇ ਅਤੇ ਅੰਤ ਵੇਲੇ ਹਰ ਵੇਲੇ ਹੀ ਕਾਇਮ ਹੈ। ਫਿਰ ਸਤਿਗੁਰੂ ਜੀ ਨੇ ਇਹਨੂੰ ਸਮਝਾਇਆ ਹੈ। ਇਹਨੂੰ ਅਰਥਾਂ ਨੂੰ ਥੋੜ੍ਹਾ ਜਿਹਾ ਭਾਵ ਰੂਪਾਂ ਦੇ ਵਿੱਚ ਸਮਝਣਾ ਹੁੰਦਾ ਹੈ। ਸਤਿਗੁਰੂ ਨੇ ਪਿਛਲੀ ਅਸ਼ਟਪਦੀ ਦੇ ਵਿੱਚ ਗੱਲ ਬੋਲੀ ਹੈ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿ ਗੁਣ ਤੇ ਪ੍ਰਭ ਭਿੰਨ, ਵੀ ਉਹਦਾ ਕੋਈ ਰੂਪ ਨਹੀਂ ਹੈ। ਜਿਹਦਾ ਰੂਪ ਨਹੀਂ ਉਹਦੇ ਚਰਨ ਵੀ ਨਹੀਂ ਹੋ ਸਕਦੇ। ਪਰ ਸਤਿਗੁਰੂ ਕੀ ਕਹਿੰਦੇ ਨੇ, ਅਸ਼ਟਪਦੀ ਚਰਨ ਸਤ, ਸਤ ਪਰਸਨਹਾਰ। ਇੱਥੇ ਮਤਲਬ ਹੈ ਉਹਦੀ ਹੋਂਦ ਤੋਂ। ਚਰਨ ਰੱਬ ਦੇ ਇੱਦਾਂ ਦੇ ਨਹੀਂ ਜਿੱਦਾਂ ਦੇ ਸਾਡੇ ਕਦਮ ਨੇ, ਵੀ ਸ਼ਾਇਦ ਰੱਬ ਦੇ ਵੀ ਇੱਦਾਂ ਦੇ ਪੈਰ ਹੋਣਗੇ, ਅਤੇ ਜੇ ਇੱਦਾਂ ਦੇ ਹੋਣਗੇ ਤਾਂ ਫਿਰ ਹੁਣ ਨੂੰ ਖਤਮ ਹੋ ਚੁੱਕੇ ਹੋਣੇ ਸੀ, ਕਿਉਂਕਿ ਟਾਈਮ ਦਾ ਪ੍ਰਭਾਵ ਹਰ ਇੱਕ ਚੀਜ਼ ਦੇ ਉੱਤੇ ਹੈ। ਇੱਥੇ ਭਾਵ ਸਿਰਫ ਇੰਨਾ ਕੁ ਹੈ ਕਿ ਜਿਹੜਾ ਮਾਲਕ ਦੇ ਨਾਲ ਜੁੜਦਾ ਹੈ, ਸਤ ਸਰੂਪ ਦੇ ਨਾਲ ਜੁੜਦਾ ਹੈ, ਉਹ ਸਤ ਹੋ ਜਾਂਦਾ ਹੈ। ਇੱਕ ਸ਼ਬਦ ਹੈ, ਇਹ ਖਾਸ ਕਰਕੇ ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਨੇ ਵਰਤਿਆ ਹੈ ਇਸ ਪਾਸੇ ਤੋਂ। ਉਹ ਕਹਿੰਦੇ ਇੱਕ ਤਾਂ ਰੱਬ ਦਾ ਸਰੂਪ ਉਹ ਹੈ ਨਾ ਜਿਹਨੂੰ ਦੁਨੀਆ ਮੰਨਦੀ ਹੈ, ਚਾਹੇ ਮੂਰਤੀ ਦੇ ਰੂਪ ਦੇ ਵਿੱਚ ਮੰਨ ਲਿਆ। ਇੱਕ ਰੱਬ ਦਾ ਰੂਪ ਹੈ ਜਿਹਨੂੰ ਸਤ ਸਰੂਪ ਕਿਹਾ ਜਾਂਦਾ ਹੈ। ਸਤ ਸਰੂਪ ਦਾ ਮਤਲਬ ਹੀ ਇਹ ਹੈ ਵੀ ਜਿਹੜੀ ਹਸਤੀ ਹਮੇਸ਼ਾ ਰਹਿਣ ਵਾਲੀ ਹੈ, ਉਹ ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆ ਰਹੀ, ਉਹਨੂੰ ਇਹਨਾਂ ਇੰਦਰੀਆਂ ਦੇ ਨਾਲ ਵੀ ਛੂਹਿਆ ਨਹੀਂ ਜਾ ਸਕਦਾ, ਕਿਉਂਕਿ ਉਹ ਇਹਨਾਂ ਅੱਖਾਂ ਦਾ ਅਤੇ ਇਹਨਾਂ ਕੰਨਾਂ ਦਾ ਉਹ ਵਿਸ਼ਾ ਹੀ ਨਹੀਂ ਹੈ, ਸਬਜੈਕਟ ਹੀ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਨੇ ਚਰਨ ਸਤ, ਵਾਹਿਗੁਰੂ ਦੀ ਜਿਹੜੀ ਹੋਂਦ ਹੈ ਚਰਨਾਂ ਦੇ ਰੂਪ ਦੇ ਵਿੱਚ ਉਹਨੂੰ ਲਿਆ ਜਾਂਦਾ ਹੈ, ਉਹ ਹਮੇਸ਼ਾ ਕਾਇਮ ਰਹਿਣ ਵਾਲੀ ਹੈ। ਸਤ ਪਰਸਨਹਾਰ, ਅਤੇ ਜਿਹੜਾ ਇਸ ਹੋਂਦ ਦੇ ਨਾਲ, ਇਸ ਹਸਤੀ ਨਾਲ ਜੁੜਦਾ ਹੈ, ਉਹ ਚਰਨ ਪਰਸਨ ਵਾਲਾ ਵੀ ਸਤਿਅ ਹੈ। ਅੱਖਰੀ ਅਰਥਾਂ ਦੇ ਵਿੱਚ ਜਾਵਾਂਗੇ ਅਤੇ ਕਿਤੇ ਨਾ ਕਿਤੇ ਕਨਫਿਊਜ਼ਨ ਰਹਿ ਜਾਵੇਗੀ। ਇਸ ਕਰਕੇ ਇਹਦੇ ਭਾਵ ਹੁੰਦੇ ਨੇ ਕਿ ਵਾਹਿਗੁਰੂ ਸਦੀਵੀ ਰਹਿਣ ਵਾਲਾ ਹੈ, ਜਿਹੜਾ ਇਹਦੇ ਨਾਲ ਜੁੜਦਾ ਹੈ ਉਹ ਵੀ ਸਦੀਵੀ ਹੋ ਜਾਂਦਾ ਹੈ, ਉਹ ਵੀ ਅਮਰ ਹੋ ਜਾਂਦਾ ਹੈ। ਪੂਜਾ ਸਤ, ਸਤ ਸੇਵਦਾਰ, ਉਹਦੀ ਪੂਜਾ ਵੀ ਸਤ ਹੈ। ਸਤ ਦਾ ਮਤਲਬ ਹਮੇਸ਼ਾ ਕਾਇਮ ਰਹਿਣ ਵਾਲੀ। ਹੁਣ ਪੂਜਾ ਦੇ ਦੋ ਵਿਧਾਨ ਨੇ। ਇੱਕ ਤਾਂ ਪੂਜਾ ਉਹ ਹੈ ਜਿਹੜੀ ਟਾਈਮ ਦੇ ਨਾਲ ਕੀਤੀ ਜਾਂਦੀ ਹੈ, ਵੀ ਕੋਈ ਸਵੇਰੇ ਕਰਦਾ ਪਿਆ ਹੈ ਆਪਣੇ ਧਰਮ ਦੇ ਵਿਧਾਨ ਦੇ ਵਿੱਚ, ਕੋਈ ਸ਼ਾਮ ਨੂੰ ਕਰਦਾ ਪਿਆ ਹੈ ਅਤੇ ਕਹਿ ਦਿੱਤਾ ਕਿ ਮੈਂ ਪੂਜਾ ਕਰਦਾ ਪਿਆ। ਮਹਾਰਾਜ ਜੀ ਨੇ ਇਸੇ ਅਸ਼ਟਪਦੀ ਦੇ ਵਿੱਚ ਸਾਡੀ ਗੱਲ ਕਲੀਅਰ ਕਰ ਦੇਣੀ ਹੈ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਉਹ ਸਦਾ ਹੀ ਪੁਜਾਰੀ ਹੈ। ਉਹ ਇੱਦਾਂ ਦਾ ਨਹੀਂ ਵੀ ਟਾਈਮ ਦੇ ਵਿੱਚ ਪੂਜਾ ਕਰਦਾ ਪਿਆ ਹੈ। ਹੁਣ ਕਿਉਂਕਿ ਜਿਹਨੇ ਥਾਲੀ ਚੱਕੀ ਆ ਉਹ ਥੱਕੇਗਾ ਵੀ, ਇਸ ਕਰਕੇ ਰੱਖ ਦੇਵੇਗਾ ਥਾਲੀ। ਜਿਹੜੀ ਸਾਡੀ ਇੱਦਾਂ ਕਹਿ ਲਈਏ ਨਾ ਵੀ ਕੋਸ਼ਿਸ਼ ਦੇ ਨਾਲ ਪੂਜਾ ਹੋ ਰਹੀ ਹੈ, ਉਹ ਕੋਸ਼ਿਸ਼ ਦੇ ਵਿੱਚ ਅਸੀਂ ਥੱਕਾਂਗੇ ਵੀ। ਪਰ ਜਿਹੜੀ ਸਾਡੀ ਸੁਭਾਅ ਦੇ ਵਿੱਚ ਭਗਤੀ ਹੋ ਜਾਂਦੀ ਹੈ ਨਾ, ਸੁਭਾਅ ਦੀ ਪੂਜਾ ਹੁੰਦੀ ਹੈ, ਉਹਦੇ ਵਿੱਚ ਅਸੀਂ ਕਦੀ ਥੱਕਦੇ ਨਹੀਂ ਹਾਂ। ਮੈਨੂੰ ਕੋਈ ਨਵੀਂ ਚੀਜ਼ ਸੋਚਣ ਨੂੰ ਕੋਈ ਦੇ ਦੇਵੇ ਅਤੇ ਮਨ ਦੇ ਉੱਤੇ ਨਾ ਇਫੈਕਟ ਰਹੇਗਾ ਥੋੜ੍ਹਾ ਜਿਹਾ, ਵੀ ਹਾਂ ਮੈਂ ਸੋਚਣਾ ਹੈ, ਇਹਨੂੰ ਯਾਦ ਕਰਨਾ ਹੈ, ਇਹਨੂੰ ਚੇਤੇ ਕਰਨਾ ਹੈ। ਪਰ ਜਿਹੜੀਆਂ ਮੈਨੂੰ ਪਹਿਲਾਂ ਹੀ ਚੇਤੇ ਨੇ ਉਹਨਾਂ ਦਾ ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ, ਕਿਉਂਕਿ ਸੁਭਾਅ ਦੇ ਵਿੱਚ ਵੜੀਆਂ ਹੋਈਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਰੱਬ ਦੀ ਜਿਹੜੀ ਪੂਜਾ ਹੈ ਉਹ ਆਮ ਇੱਦਾਂ ਦੀ ਪੂਜਾ ਦੀ ਗੱਲ ਨਹੀਂ ਹੈ, ਉਹਦੀ ਪੂਜਾ ਵੀ ਹਮੇਸ਼ਾ ਕਾਇਮ ਰਹਿਣ ਵਾਲੀ ਹੈ। ਅਤੇ ਪੂਜਾ ਕਰਨ ਵਾਲਾ ਜਿਹੜਾ ਸੇਵਾਦਾਰ ਹੈ ਉਹ ਵੀ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਦਰਸ਼ਨ ਸਤ, ਸਤ ਪੇਖਨਹਾਰ, ਵਾਹਿਗੁਰੂ ਦਾ ਦਰਸ਼ਨ ਵੀ ਸਫਲ ਹੈ, ਅਤੇ ਜਿਹੜਾ ਇਸ ਦਰਸ਼ਨ ਨੂੰ ਕਰਦਾ ਹੈ ਮਹਾਰਾਜ ਕਹਿੰਦੇ ਉਹਦਾ ਵੀ ਜੀਵਨ ਸਫਲ ਹੋ ਜਾਂਦਾ ਹੈ। ਨਾਮ ਸਤ, ਸਤ ਧਿਆਵਨਹਾਰ, ਵਾਹਿਗੁਰੂ ਦਾ ਨਾਮ ਵੀ ਸਤ ਹੈ ਅਤੇ ਇਸ ਨਾਮ ਨੂੰ ਧਿਆਉਣ ਵਾਲਾ ਵੀ ਸਤ ਹੈ। ਸਤ ਅਤੇ ਸੱਚ ਦੀ ਵਿਆਖਿਆ ਚੱਲਦੀ ਪਈ ਹੈ ਵੀ ਉਹਦੇ ਨਾਲ ਜੁੜੀ ਹੋਈ ਹਰ ਚੀਜ਼ ਸੱਚ ਹੈ। ਸਤਿਗੁਰੂ ਕਹਿ ਰਹੇ ਨੇ ਆਪ ਸਤ, ਸਤ ਸਭ ਧਾਰੀ। ਅਕਾਲ ਪੁਰਖ ਵਾਹਿਗੁਰੂ ਆਪ ਸਤਿਅ ਹੈ, ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਅਤੇ ਜੋ ਉਹਨੇ ਸ੍ਰਿਸ਼ਟੀ ਧਾਰੀ ਹੈ, ਸ੍ਰਿਸ਼ਟੀ ਬਣਾਈ ਹੋਈ ਹੈ, ਉਹ ਵੀ ਸੱਚ ਹੈ। ਇਹ ਦੋ ਤਰੀਕਿਆਂ ਦਾ ਸੱਚ ਹੁੰਦਾ ਹੈ। ਇਹਨੂੰ ਇੱਦਾਂ ਸਮਝ ਲਈਏ, ਇੱਕ ਖਿਆਲ ਹਿੰਦੁਸਤਾਨ ਦੇ ਵਿੱਚ ਇਹ ਵੀ ਬੜਾ ਪ੍ਰਚਲਿਤ ਰਿਹਾ ਹੈ। ਉਹ ਕਹਿੰਦੇ ਨੇ ਜੋ ਸਾਹਮਣੇ ਨਜ਼ਰ ਆ ਰਿਹਾ ਹੈ ਕੁਝ ਵੀ ਨਹੀਂ ਹੈ, ਉਹਨੂੰ ਕਹਿੰਦੇ ਨੇ ਮਿਥਿਆ ਹੈ, ਮਤਲਬ ਮਿਥਿਆ ਹੋਇਆ ਹੈ, ਇਹ ਸੋਚਿਆ ਹੀ ਜਾ ਸਕਦਾ ਹੈ ਕੁਝ ਵੀ ਨਹੀਂ। ਸਤਿਗੁਰੂ ਕਹਿੰਦੇ ਨੇ ਭਾਈ ਜਿੰਨਾ ਚਿਰ ਹੈ ਓਨਾ ਚਿਰ ਸੱਚ ਹੈ, ਪੱਕਾ ਸੱਚ ਨਹੀਂ ਹੈ। ਇੱਦਾਂ ਸਮਝ ਲੈਣਾ
ਵੀ ਹੁਣ ਅਸੀਂ ਬੈਠੇ ਹੋਏ ਹਾਂ, ਅਤੇ ਇਹ ਐਵੇਂ ਵਹਿਮ ਜਿਹਾ ਨਹੀਂ ਆ ਵੀ ਬੈਠੇ ਹੋਏ ਹਾਂ ਜਾਂ ਨਹੀਂ ਬੈਠੇ ਹੋਏ। ਸਾਨੂੰ ਪਤਾ ਵੀ ਅਸੀਂ ਪ੍ਰੈਜ਼ੈਂਟ ਹਾਂ, ਬੈਠੇ ਹੋਏ ਹਾਂ, ਪਰ ਕਿੰਨੇ ਕੁ ਚਿਰ ਲਈ ਬੈਠੇ ਹੋਏ ਹਾਂ ਕੋਈ ਦਾਅਵਾ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਰੱਬ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਅਤੇ ਜੋ ਉਹਨੇ ਪੈਦਾ ਕੀਤਾ ਹੈ ਉਹ ਵੀ ਸੱਤ ਹੈ, ਹਸਤੀ ਵਾਲਾ ਹੈ, ਹੋਂਦ ਵਾਲਾ ਹੈ, ਐਗਜ਼ਿਸਟ ਕਰਦਾ ਹੈ ਇਸ ਸਮੇਂ ਦੇ ਵਿੱਚ। ਹਜ਼ੂਰ ਕਹਿੰਦੇ ਨੇ ਆਪੇ ਗੁਣ ਆਪੇ ਗੁਣਕਾਰੀ, ਵਾਹਿਗੁਰੂ ਆਪ ਹੀ ਜੀਵਾਂ ਨੂੰ ਗੁਣ ਬਖਸ਼ਣ ਵਾਲਾ ਹੈ, ਅਤੇ ਗੁਣ ਵੀ ਆਪ ਹੀ ਹੈ। ਭਾਵ ਕਿ ਦਾਤਾ ਵੀ ਆਪ ਹੈ ਅਤੇ ਦਾਤ ਵੀ ਆਪ ਹੈ, ਗੁਣ ਵੀ ਆਪ ਹੈ, ਗੁਣਕਾਰੀ ਗੁਣ ਦੇਣ ਵਾਲਾ ਵੀ ਆਪ ਹੈ। ਸ਼ਬਦ ਸਤ ਸਤ ਪ੍ਰਭ ਬਖਤਾ। ਮਰਦ ਕਹਿੰਦੇ ਨੇ ਵਾਹਿਗੁਰੂ ਦਾ ਜਿਹੜਾ ਸ਼ਬਦ ਹੈ, ਉਹਦਾ ਜਿਹੜਾ ਹੁਕਮ ਹੈ, ਉਹ ਵੀ ਸੱਤ ਹੈ, ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਹਰ ਥਾਂ ਦੇ ਉੱਤੇ ਵਰਤਦਾ ਪਿਆ ਹੈ। ਅਤੇ ਫਿਰ ਜਿਹੜਾ ਇਸ ਹੁਕਮ ਨੂੰ ਬੁੱਝ ਕੇ, ਹੁਕਮ ਨੂੰ ਸਮਝ ਕੇ ਅਤੇ ਸ਼ਬਦ ਦੇ ਰੂਪ ਦੇ ਵਿੱਚ ਵਰਤਦਾ ਹੈ। ਸ਼ਬਦ ਸਮਝ ਲਿਆ ਜਾਵੇ ਅਤੇ ਉਹਨੂੰ ਬੋਲਾਂਗੇ ਕਿੱਦਾਂ? ਸ਼ਬਦ ਦੇ ਨਾਲ ਹੀ ਬੋਲਾਂਗੇ। ਇੱਦਾਂ ਸਮਝ ਲਈਏ ਆਪਾਂ ਨੂੰ ਕਿਸੇ ਨੇ ਕੋਈ ਗੱਲ ਦੱਸੀ ਹੈ ਅਤੇ ਸਾਨੂੰ ਸਮਝ ਲੱਗ ਗਈ ਹੈ, ਹੁਣ ਉਸ ਗੱਲ ਨੂੰ ਬੋਲਾਂਗੇ ਕਿੱਦਾਂ? ਸ਼ਬਦ ਦੇ ਨਾਲ। ਮਰਦ ਕਹਿੰਦੇ ਨੇ ਸ਼ਬਦ ਸੱਤ, ਰੱਬ ਦਾ ਹੁਕਮ ਸੱਤ ਹੈ, ਪਰ ਜਿਹਨੂੰ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਨਾ, ਨਾਨਕ ਹੁਕਮ ਹੈ ਜੇ ਬੁੱਝੈ, ਜਿਹੜਾ ਇਸ ਹੁਕਮ ਨੂੰ ਬੁੱਝ ਲੈਂਦਾ ਹੈ, ਸਤ ਪ੍ਰਭ ਬਕਤਾ। ਮਹਾਰਾਜ ਕਹਿੰਦੇ ਇਸ ਹੁਕਮ ਨੂੰ ਸ਼ਬਦ ਦੇ ਨਾਲ ਜਿਹੜਾ ਬਕਦਾ ਹੈ, ਬੋਲਦਾ ਹੈ, ਉਹ ਵੀ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਅਮਰ ਹੈ ਉਹ। ਸੁਰਤ ਸਤ ਸਤ ਜਸ ਸੁਨਤਾ। ਵਾਹਿਗੁਰੂ ਦੇ ਵਿੱਚ ਸੁਰਤ ਜੋੜਨੀ। ਅਤੇ ਮਹਾਰਾਜ ਕਹਿੰਦੇ ਨੇ ਇੱਦਾਂ ਸਮਝ ਲਓ ਵੀ ਜਿਹੜਾ ਧਿਆਨ ਵਾਹਿਗੁਰੂ ਦੇ ਵਿੱਚ ਲੱਗਦਾ ਹੈ ਉਹ ਵੀ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਹਮੇਸ਼ਾ ਕਾਇਮ ਰਹਿਣ ਦਾ ਮਤਲਬ ਇਹ ਨਹੀਂ ਵੀ ਅਸੀਂ ਉਮਰਾਂ ਲੰਮੀਆਂ ਕਰਨ ਵਾਲੇ ਹਾਂ, ਨਹੀਂ, ਇਹਦਾ ਇਹ ਭਾਵ ਨਹੀਂ ਹੈ। ਇਹਦਾ ਮਤਲਬ ਸਿਰਫ ਇੰਨਾ ਕੁ ਹੈ ਵੀ ਐਵੇਂ ਇਹ ਬੇਕਾਰ ਜੀਆਂ ਗੱਲਾਂ ਨਹੀਂ ਨੇ, ਇਹ ਸੱਚ ਗੱਲ ਹੈ। ਸਤ ਜਸ ਸੁਨਤਾ, ਅਤੇ ਜਿਹੜਾ ਇਸ ਜਸ ਨੂੰ ਸੁਣਦਾ ਹੈ ਸੁਰਤ ਲਾ ਕੇ, ਮਹਾਰਾਜ ਕਹਿੰਦੇ ਉਹ ਵੀ ਸੱਤਿਆ ਹੈ, ਕਾਇਮ ਰਹਿਣ ਵਾਲਾ ਹੈ। ਇਹ ਗੁਰਮਤਿ ਦਾ ਥੋੜ੍ਹਾ ਜਿਹਾ ਫਿਲੋਸਫੀਕਲੀ ਇੱਕ ਸਾਈਡ ਹੋ ਜਾਂਦੀ ਹੈ। ਇਹ ਕੁਝ ਵਿਸ਼ੇ ਇਸ ਬਾਣੀ ਦੇ ਵਿੱਚ ਇੱਦਾਂ ਦੇ ਆਉਂਦੇ ਨੇ। ਬੁੱਝਣਹਾਰ ਕੋ ਸਤ ਸਭ ਹੋਏ। ਬੁੱਝਣਹਾਰ ਦਾ ਮਤਲਬ ਹੈ ਜਿਹੜਾ ਰੱਬ ਨੂੰ ਹਰ ਥਾਂ ਦੇ ਉੱਤੇ ਬੁੱਝਦਾ ਹੈ, ਸਮਝਦਾ ਹੈ। ਸਮਝਣ ਇੱਕ ਹੋਰ ਗੱਲ ਹੁੰਦੀ ਹੈ, ਇੱਦਾਂ ਕਹਿ ਲਈਏ ਵੀ ਸੁਣਨਾ ਇੱਕ ਹੋਰ ਗੱਲ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਨੇ ਨਾ, ਸੁਣ ਵੱਡਾ ਆਖਿਆ ਸਭ ਕੋਈ। ਆਪਾਂ ਕਈ ਵਾਰ ਬੇਨਤੀ ਕਰਦੇ ਹੁੰਦੇ ਹਾਂ, ਸਾਡੇ ਵਿੱਚੋਂ, ਦੁਨੀਆ ਦੇ ਵਿੱਚੋਂ ਬਹੁਤੇ ਧਾਰਮਿਕ ਲੋਕਾਂ ਦੀ ਰੱਬ ਦੇ ਨਾਲ ਕੋਈ ਬਹੁਤੀ ਸਾਂਝ ਜੀ ਨਹੀਂ ਹੈ। ਇਹ ਕਹਿਣਾ ਔਖਾ ਜਿਹਾ ਲੱਗਦਾ ਹੈ, ਪਰ ਸੱਚ ਹੈ। ਸੁਣੀ ਸੁਣਾਈ ਗੱਲ ਹੈ ਵੀ ਰੱਬ ਵੱਡਾ ਹੈ, ਹਾਂਜੀ ਹਾਂਜੀ ਰੱਬ ਵੱਡਾ ਹੈ। ਰੱਬ ਛੋਟਾ ਹੈ, ਹਾਂਜੀ ਹਾਂਜੀ ਰੱਬ ਛੋਟਾ ਹੈ। ਰੱਬ ਚੰਗਾ ਹੈ, ਹਾਂਜੀ ਰੱਬ ਚੰਗਾ ਹੈ। ਸੁਣਿਆ ਅਤੇ ਸੁਣਾ ਦਿੱਤਾ। ਆਪਣਾ ਕੋਈ ਵੀ ਅਨੁਭਵ ਨਹੀਂ ਹੈ ਰੱਬ ਦੇ ਪ੍ਰਤੀ। ਮਹਾਰਾਜ ਜਿਨ੍ਹਾਂ ਨੂੰ ਅਨੁਭਵ ਹੋ ਗਿਆ, ਸਤਿਗੁਰੂ ਕਹਿੰਦੇ ਬੁੱਝਣਹਾਰ, ਜਿਨ੍ਹਾਂ ਨੇ ਵਾਕਿਆ ਉਹਨੂੰ ਮਹਿਸੂਸ ਕੀਤਾ ਹੈ। ਬੁੱਝਣਹਾਰ ਕੋ ਸਤ ਸਭ ਹੋਏ। ਬਾਬੇ ਦੀ ਪੜ੍ਹਾਈ ਦੇ ਵਿੱਚ ਅਤੇ ਆਮ ਸਕੂਲਾਂ ਕਾਲਜਾਂ ਦੀ ਪੜ੍ਹਾਈ ਦੇ ਵਿੱਚ ਇੰਨਾ ਕੀ ਫਰਕ ਹੁੰਦਾ ਹੈ। ਸਕੂਲਾਂ ਕਾਲਜਾਂ ਦੀ ਪੜ੍ਹਾਈ ਅਸੀਂ ਵੀ ਕੀਤੀ ਹੈ, ਅਸੀਂ ਕੰਡੈਮ ਨਹੀਂ ਕਰਦੇ, ਪਰ ਉਸ ਪੜ੍ਹਾਈ ਦੇ ਨਾਲ ਮਤਲਬ ਨਹੀਂ ਹੁੰਦਾ ਵੀ ਸਾਨੂੰ ਜਿਹੜਾ ਹੈ ਅਸੀਂ ਉਸ ਪੜ੍ਹਾਈ ਨੂੰ ਐਨਾਲਿਸਿਸ ਲੈ ਕੇ ਅਨੁਭਵ ਕਰੀਏ। ਨਹੀਂ ਅਨੁਭਵ ਕਰਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ, ਸਾਨੂੰ ਨੰਬਰ ਮਿਲ ਜਾਂਦੇ ਨੇ। ਕੋਈ ਫਰਕ ਨਹੀਂ ਪੈਂਦਾ ਵੀ ਸਾਨੂੰ ਮੋਰਲ ਸਟੱਡੀ ਕਰਾਈ ਗਈ ਹੈ ਅਤੇ ਸਾਨੂੰ ਮੋਰੈਲਿਟੀ ਅੰਦਰ ਆਈ ਵੀ ਹੈ ਜਾਂ ਨਹੀਂ ਆਈ, ਅਸੀਂ ਪੇਪਰ 'ਚ ਲਿਖ ਦਿੱਤੀ ਤਾਂ ਸਾਡੇ ਨੰਬਰ ਆ ਜਾਣਗੇ, ਕੋਈ ਫਰਕ ਨਹੀਂ ਪੈਂਦਾ। ਧਰਮ ਇੱਦਾਂ ਨਹੀਂ ਚੱਲਦਾ। ਧਰਮ ਚੱਲਦਾ ਹੈ ਪ੍ਰੈਕਟੀਕਲ ਦੇ ਨਾਲ। ਅਸੀਂ ਕਿੰਨਾ ਕੁ ਬੁੱਝ ਲਿਆ ਹੈ ਉਹਨੂੰ, ਕਿੰਨਾ ਕੁ ਉਹਨੂੰ ਸਮਝ ਲਿਆ ਹੈ। ਬੁੱਝਣਹਾਰ ਕਹੋ ਸਤ ਸਭ ਹੋਏ। ਜਿਹੜਾ ਬੁੱਝ ਲੈਂਦਾ ਹੈ ਉਹਨੂੰ ਸਤਿਗੁਰੂ ਕਹਿੰਦੇ ਨੇ ਵੀ ਸਾਰੀਆਂ ਥਾਵਾਂ 'ਤੇ ਸਤ ਹੈ ਰੱਬ, ਉਹਦੇ ਲਈ ਸਾਰੀਆਂ ਥਾਵਾਂ 'ਤੇ ਕਾਇਮ ਹੈ। ਨਾਨਕ ਸਤ ਸਤ ਪ੍ਰਭ ਸੋਏ। ਉਹ ਪ੍ਰਭੂ ਸੱਤ ਹੈ, ਸੱਤਿ ਹੈ। ਮੈਂ ਵਿਸ਼ਰਾਮ ਦੀ ਗੱਲ ਕਹਿ ਕੇ ਅਗਲੇ ਪਦੇ ਦੀ ਗੱਲ ਕਰਾਂਗਾ। ਜਿੰਨੇ ਵੀ ਵਿਸ਼ਰਾਮ ਨੇ, ਸੱਤ ਇੱਕ ਵਾਰ ਇੱਕ ਪਾਸੇ ਪੜ੍ਹਨਾ ਹੈ, ਦੂਸਰੀ ਵਾਰ ਦੂਜੇ ਪਾਸੇ ਪੜ੍ਹਨਾ ਹੈ। ਚਰਨ ਸੱਤ, ਸਤ ਪ੍ਰਸਨਹਾਰ, ਪੂਜਾ ਸੱਤ, ਸਤ ਸੇਵਦਾਰ। ਪਰ ਜਦੋਂ ਆਖਰੀ ਲਾਈਨ ਆ ਰਹੀ ਹੈ ਨਾਨਕ ਸਤ ਸਤ ਪ੍ਰਭ ਸੋਏ, ਉਦੋਂ ਇੱਦਾਂ ਪੜ੍ਹਨਾ ਹੈ। ਇਹ ਨਾਨਕ ਉਹ ਵਾਹਿਗੁਰੂ ਸੱਤ ਹੈ, ਸੱਤ ਹੈ, ਇੱਦਾਂ ਪੜ੍ਹਨਾ ਹੈ। ਨਾਨਕ ਸਤ ਸਤ ਪ੍ਰਭ ਸੋਏ ਨਹੀਂ ਪੜ੍ਹਨਾ, ਨਾਨਕ ਸਤ ਸਤ ਪ੍ਰਭ ਸੋਏ। ਆਪਣੇ ਆਪ ਅਰਥ ਕਲੀਅਰ ਹੋ ਜਾਣਗੇ। ਅਗਲਾ ਪਦਾ ਹੈ ਜੀ, ਸਤ ਸਰੂਪ ਹਿਰਦੈ ਜਿਨ ਮਾਨਿਆ। ਜਿਸ ਨੇ ਇਸ ਰੱਬ ਨੂੰ ਦਿਲ ਦੇ ਵਿੱਚ ਮੰਨ ਲਿਆ ਹੈ, ਸਮਝ ਲਿਆ ਹੈ। ਹਰ ਕੋਈ ਜਦੋਂ ਰੱਬ ਦਾ ਧਿਆਨ ਕਰਦਾ ਹੈ ਨਾ, ਅਤੇ ਅਸਲ ਦੇ ਵਿੱਚ ਪ੍ਰੋਬਲਮ ਇਹ ਆ ਜਾਂਦੀ ਹੈ, ਪਹਿਲਾਂ ਬਣਾਈਆਂ ਚੀਜ਼ਾਂ ਦਾ ਹੀ ਧਿਆਨ ਕਰੀ ਜਾਂਦਾ ਹੈ। ਜਿੱਦਾਂ ਦਾ ਉਹਨੇ ਰੱਬ ਨੂੰ ਖਿਆਲ ਕੀਤਾ ਨਾ ਵੀ ਰੱਬ ਦੇ ਕੰਨ ਇੱਦਾਂ ਦੇ ਹੋਣਗੇ, ਰੱਬ ਦਾ ਨੱਕ ਇੱਦਾਂ ਦਾ ਹੋਵੇਗਾ। ਅਸਲ ਦੇ ਵਿੱਚ ਜਦੋਂ ਅਸੀਂ ਧਿਆਨ ਲਗਾਉਂਦੇ ਹਾਂ, ਅਸੀਂ ਧਿਆਨ ਵੇਖੋ ਕਿਹੜੀਆਂ ਚੀਜ਼ਾਂ ਦਾ ਲਗਾਉਂਦੇ ਹਾਂ। ਅਸੀਂ ਧਿਆਨ ਫਿਰ ਕਿਸੇ ਹੋਂਦ ਦਾ ਹੀ ਲਗਾ ਲੈਂਦੇ ਹਾਂ, ਕਿਸੇ ਹੋਂਦ ਦਾ ਧਿਆਨ।
ਸ਼ਬਦ ਦਾ ਧਿਆਨ ਜਿਹੜਾ ਹੈ ਉਹ ਆਪਣਾ ਇੱਕ ਵਿਸ਼ਾ ਹੈ। ਸਤਿਗੁਰੂ ਕਿਰਪਾ ਕਰਨ, ਧਿਆਨ ਦੀ ਇੱਕ ਮੰਜ਼ਿਲ ਹੈ। ਹਜ਼ੂਰ ਕਹਿੰਦੇ ਸਤ ਸਰੂਪ ਹਿਰਦੈ ਜਿਨ ਮਾਨਿਆ, ਜਿਨ੍ਹਾਂ ਬੰਦਿਆਂ ਨੇ ਹਿਰਦੇ ਤੋਂ, ਦਿਲ ਤੋਂ ਸਤ ਸਰੂਪ ਨੂੰ ਮੰਨਿਆ ਹੈ। ਕਰਨ ਕਰਾਵਨ ਤਿੰਨ ਮੂਲ ਪਛਾਨਿਆ, ਸਾਰੀ ਸ੍ਰਿਸ਼ਟੀ ਦੇ ਵਿੱਚ ਕੰਮ ਕਰਨ ਵਾਲਾ ਤੇ ਜੀਵਾਂ ਦੇ ਕੋਲੋਂ ਕੰਮ ਕਰਾਉਣ ਵਾਲਾ ਜਿਹੜਾ ਮੂਲ ਹੈ, ਮੂਲ ਦਾ ਮਤਲਬ ਹੁੰਦਾ ਹੈ ਰੂਟ, ਸ਼ੁਰੂਆਤ, ਉਸ ਰੱਬ ਨੂੰ ਉਹਨਾਂ ਨੇ ਪਹਿਚਾਣ ਲਿਆ ਹੈ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ। ਸਤਿਗੁਰੂ ਕਹਿੰਦੇ ਨੇ ਜਿਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਵਿਸ਼ਵਾਸ ਆ ਗਿਆ ਹੈ। ਇਹ ਵੀ ਮੈਂ ਬੇਨਤੀ ਆਪ ਜੀ ਦੇ ਅੱਗੇ ਰੱਖ ਦੇਵਾਂ ਜੋ ਅਸੀਂ ਪਹਿਲਾਂ ਵਿਚਾਰੀ ਹੈ। ਸੁਣੀ ਸੁਣਾਈ ਗੱਲ ਦੇ ਉੱਤੇ ਵਿਸ਼ਵਾਸ ਉਦੋਂ ਤੱਕ ਨਹੀਂ ਵੱਜਦਾ ਜਦੋਂ ਤੱਕ ਸਾਡੇ ਅਨੁਭਵ ਦੇ ਵਿੱਚ ਉਹ ਗੱਲ ਹੋਵੇ ਜਾਂ ਨਾ ਹੋਵੇ। ਜਿਹੜੀਆਂ ਚੀਜ਼ਾਂ ਦਾ ਸਾਨੂੰ ਅਨੁਭਵ ਨਹੀਂ ਹੈ, ਸਾਡੇ ਲਈ ਉਹ ਸਿਰਫ ਇੱਕ ਸੁਣੀ ਸੁਣਾਈ ਗੱਲ ਹੈ, ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਇੱਕ ਸ਼ਰਤ ਜੀ ਕਹਿ ਲਈਏ ਵੀ ਇਹ ਸਾਡੇ ਸਾਹਮਣੇ ਰੱਖ ਦਿੱਤੀ ਹੈ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰੱਬ ਦਾ ਵਿਸ਼ਵਾਸ ਆ ਗਿਆ ਹੈ, ਉਹਦੇ ਹੋਂਦ ਦੇ ਬਾਰੇ ਜਿਨ੍ਹਾਂ ਨੂੰ ਯਕੀਨ ਹੈ, ਸਤਿਗੁਰੂ ਕੀ ਕਹਿੰਦੇ ਨੇ ਫਿਰ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਦਾ ਮਤਲਬ ਹੁੰਦਾ ਹੈ ਮੇਨ ਗਿਆਨ। ਜਿੱਦਾਂ ਸਾਰੀਆਂ ਗੱਲਾਂ ਦੇ ਵਿੱਚੋਂ ਅਸੀਂ ਕਹਿ ਲਈਏ ਵੀ ਨਿਸ਼ਕਰਸ਼ ਕੀ ਹੈ, ਸਾਰੀਆਂ ਗੱਲਾਂ ਦੇ ਵਿੱਚੋਂ ਚੰਗੀ ਗੱਲ ਕੀ ਹੈ, ਇੱਦਾਂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਰੱਬ 'ਤੇ ਵਿਸ਼ਵਾਸ ਆ ਗਿਆ ਹੈ, ਰੱਬ ਦਾ ਗਿਆਨ ਵੀ ਉਹਨਾਂ ਨੂੰ ਮਿਲਦਾ ਹੈ। ਹੁਣ ਜਿਹੜਾ ਮੇਰੇ ਵਰਗਾ ਦੁਬਿਧਾ ਦੇ ਵਿੱਚ ਹੀ ਤੁਰਿਆ ਫਿਰਦਾ ਵੀ ਇਹ ਜੋ ਪੜ੍ਹਾ ਰਿਹਾ ਹੈ ਪਤਾ ਨਹੀਂ ਸੱਚ ਬੋਲਦਾ ਪਿਆ ਕਿ ਨਹੀਂ ਬੋਲਦਾ ਪਿਆ, ਉਹ ਕੀ ਪੜ੍ਹ ਲਵੇਗਾ। ਇਸ ਕਰਕੇ ਇਹ ਇੱਕ ਵਿਸ਼ਾ ਹੈ। ਮਸਕੀਨ ਸਾਹਿਬ ਤੇ ਇੱਦਾਂ ਬੋਲਦੇ ਹੁੰਦੇ ਨੇ ਵੀ ਬਾਹਰ ਦੀ ਦੁਨੀਆ ਦੇ ਵਿੱਚ ਪ੍ਰੂਫ ਪਹਿਲਾਂ ਨੇ ਅਤੇ ਨਾਲ ਹੀ ਇਸ ਕਰਕੇ ਤੁਹਾਨੂੰ ਯਕੀਨ ਦਿਵਾ ਦਿੱਤਾ ਜਾਂਦਾ ਵੀ ਆਹ ਵੇਖੋ ਜੀ, ਆਹ ਇਹਦਾ ਸਬੂਤ ਇਹ ਹੈ ਅਤੇ ਤੁਸੀਂ ਤੁਰੋ, ਆਹ ਤੁਹਾਨੂੰ ਮੈਂ ਸਬੂਤ ਦੇ ਰਿਹਾ ਹਾਂ। ਅਸੀਂ ਬੱਚਾ ਦਾਖਲ ਕਰਾਉਣ ਜਾਣਾ, ਸਾਡੇ ਕੋਲ ਸਬੂਤ ਹੈ ਵੀ ਆਹ ਵੇਖੋ ਜੀ ਸਕੂਲ ਦਾ ਸਾਲ ਦਾ ਰਿਜ਼ਲਟ ਇੱਦਾਂ ਦਾ ਆਇਆ, ਸਾਡੇ ਕੋਲ ਪ੍ਰੂਫ ਹੈ। ਪਰ ਕਹਿੰਦੇ ਰੱਬ ਦੇ ਰਸਤੇ 'ਤੇ ਇੱਦਾਂ ਨਹੀਂ ਤੁਰਿਆ ਜਾਂਦਾ, ਇੱਥੇ ਵਿਸ਼ਵਾਸ ਕਰਕੇ ਤੁਰਨਾ ਪੈਂਦਾ ਹੈ। ਪਹਿਲਾਂ ਤੁਹਾਨੂੰ ਕੀ ਪ੍ਰੂਫ ਕੋਈ ਕਰਕੇ ਵਿਖਾ ਦੇਵੇਗਾ, ਅਤੇ ਜਿਹੜਾ ਪ੍ਰੂਫ ਕਰਕੇ ਵਿਖਾਵੇਗਾ ਉਹ ਰੱਬ ਥੋੜ੍ਹਾ ਹੋਵੇਗਾ ਫਿਰ। ਔਰ ਬੜੀ ਕਮਾਲ ਦੀ ਇੱਕ ਪੰਕਤੀ ਹੈ, ਇਹ ਬੜਾ ਗਹਿਰਾ ਵਿਸ਼ਾ ਹੈ। ਸਤਿਗੁਰੂ ਕਿਰਪਾ ਕਰਨ, ਸਤਿਗੁਰੂ ਜੀ ਦਾ ਸ਼ਾਇਦ ਬਾਬਾ ਰਵਿਦਾਸ ਸਾਹਿਬ ਜੀ ਦਾ ਜਾਂ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਬਿਨ ਦੇਖੇ ਉਪਜੈ ਨਹੀਂ ਆਸਾ। ਭਾਈ ਵੇਖਣ ਤੋਂ ਬਿਨਾਂ ਤਾਂ ਕਿਸੇ 'ਤੇ ਯਕੀਨ ਹੀ ਨਹੀਂ ਵੱਜਦਾ। ਕੋਈ ਦਿਸੇ 'ਤੇ ਯਕੀਨ ਆਵੇ ਨਾ ਵੀ ਅਸੀਂ ਕਹੀਏ ਜੀ ਰੱਬ ਹੈ, ਉਹ ਕਹਿੰਦੇ ਲਿਆਓ ਜੀ ਦਿਖਾਓ, ਦਿਖੇਗਾ ਤੇ ਯਕੀਨ ਵੱਜੇਗਾ। ਮਹਾਰਾਜ ਕਹਿੰਦੇ ਵੀ ਬਿਨ ਦੇਖੇ ਉਪਜੈ ਨਹੀਂ ਆਸਾ, ਵੇਖਣ ਤੋਂ ਬਿਨਾਂ ਯਕੀਨ ਨਹੀਂ ਵੱਜਦਾ। ਪਰ ਕਹਿੰਦੇ ਜੋ ਦਿਸੈ ਸੋ ਹੋਏ ਬਿਨਾਸਾ। ਅਤੇ ਜੇ ਦੇਖਣ ਵਾਲੀ ਚੀਜ਼ ਨੂੰ ਰੱਬ ਮੰਨ ਲਈਏ ਉਹ ਤਾਂ ਵਿਚਾਰੀ ਨਾਸ਼ ਹੋ ਜਾਵੇਗੀ, ਅਤੇ ਫਿਰ ਕੀ ਕਹਾਂਗੇ ਵੀ ਰੱਬ ਵੀ ਨਾਸ਼ ਹੋ ਗਿਆ। ਇਸ ਕਰਕੇ ਬੜੇ ਧਿਆਨ ਦੇ ਨਾਲ ਹਜ਼ੂਰ ਕਹਿੰਦੇ ਨੇ ਭਾਈ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ। ਦਿਲ ਦੇ ਵਿੱਚ ਉਹਦੀ ਹੋਂਦ ਮਹਿਸੂਸ ਹੋਈ ਹੈ। ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹ ਤਤ ਦਾ ਗਿਆਨ ਉਹਦੇ ਅੰਦਰ ਪ੍ਰਗਟ ਹੁੰਦਾ ਹੈ। ਫਿਰ ਭੈ ਤੇ ਨਿਰਭਉ ਹੋਏ ਬਸਾਨਾ। ਆਪਣੇ ਅੰਦਰ ਕੀ ਬਦਲਾਅ ਆਉਂਦੇ ਨੇ, ਡਰ ਤੋਂ ਨਿਡਰ ਹੋ ਗਿਆ, ਭੈ ਤੋਂ ਨਿਰਭਉ ਹੋ ਗਿਆ। ਹੋਏ ਬਸਾਨਾ, ਨਿਰਭਉ ਹੋ ਕੇ ਵਸਦਾ ਹੈ। ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜਿਸ ਮਾਲਕ ਤੋਂ ਜੀਵ ਪੈਦਾ ਹੁੰਦਾ ਹੈ ਉਹਦੇ ਵਿੱਚ ਸਮਾਇਆ ਰਹਿੰਦਾ ਹੈ। ਬਸਤ ਮਾਹੇ ਲੈ ਬਸਤ ਗਡਾਈ। ਜਿੱਦਾਂ ਇੱਕ ਵਸਤੂ ਦੇ ਵਿੱਚ ਦੂਸਰੀ ਵਸਤ ਗੱਡ ਦਿੱਤੀ ਜਾਂਦੀ ਹੈ, ਮਿਲਾ ਦਿੱਤੀ ਜਾਂਦੀ ਹੈ। ਪਾਣੀ ਦੇ ਵਿੱਚ ਪਾਣੀ ਮਿਲ ਗਿਆ, ਚੀਨੀ ਦੇ ਵਿੱਚ ਚੀਨੀ ਮਿਲ ਗਈ, ਨਹੀਂ ਵੱਖਰੀ ਕੀਤੀ ਜਾ ਸਕਦੀ। ਹਜ਼ੂਰ ਕਹਿੰਦੇ ਜਿੱਦਾਂ ਇੱਕ ਵਸਤੂ ਦੇ ਵਿੱਚ ਦੂਜੀ ਵਸਤ ਗਡਾ ਦਿੱਤੀ ਜਾਂਦੀ ਹੈ, ਮਿਕਸ ਕਰ ਦਿੱਤੀ ਜਾਂਦੀ ਹੈ, ਤਾਂ ਕੋ ਭਿੰਨ ਨਾ ਕਹਿਣਾ ਜਾਈ। ਫਿਰ ਉਹਨੂੰ ਭਿੰਨ ਨਹੀਂ ਨਾ ਕਿਹਾ ਜਾ ਸਕਦਾ, ਵੱਖਰਾ ਨਹੀਂ ਕਿਹਾ ਜਾਂਦਾ। ਇੱਦਾਂ ਉਹ ਬੰਦੇ ਮਾਲਕ ਦੇ ਨਾਲ ਮਿਲ ਜਾਂਦੇ ਨੇ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਬੁੱਝੈ ਬੁੱਝਨਹਾਰ ਵਿਵੇਕ। ਪਿੱਛੇ ਮਹਾਰਾਜ ਨੇ ਕਿਹਾ ਬੁੱਝਨਹਾਰ ਕੋ ਸਤ ਸਭ ਹੋਏ। ਇੱਥੇ ਫਿਰ ਗੱਲ ਆ ਗਈ ਕਿ ਇਸ ਵਿਵੇਕ ਨੂੰ, ਇਸ ਗੱਲ ਨੂੰ ਕੋਈ ਬੁੱਝਣ ਵਾਲਾ ਬੰਦਾ ਹੀ ਸਮਝਦਾ ਹੈ। ਇਹਦਾ ਮਤਲਬ ਕਿ ਗੱਲ ਕੋਈ ਭੇਦ ਵਾਲੀ ਹੈ, ਐਵੇਂ ਉੱਤੋਂ ਆ ਕੇ ਸਮਝ ਵਾਲੀ ਗੱਲ ਨਹੀਂ ਹੈ। ਇਹ ਅਨੁਭਵ ਦੀ ਗੱਲ ਹੈ। ਕੋਈ ਬੁੱਝਣ ਵਾਲਾ ਬੰਦਾ ਹੀ ਇਸ ਗੱਲ ਨੂੰ ਸਮਝਦਾ ਹੈ। ਬੁੱਝੈ ਬੁੱਝਨਹਾਰ ਵਿਵੇਕ। ਇਸ ਸਮਝ ਨੂੰ, ਇਸ ਵਿਚਾਰ ਨੂੰ ਕੋਈ ਸਿਆਣਾ ਬੰਦਾ, ਸਮਝ ਵਾਲਾ ਬੰਦਾ ਹੀ ਸਮਝਦਾ ਹੈ। ਨਾਰਾਇਣ ਮਿਲੇ ਨਾਨਕ ਏਕ। ਸਤਿਗੁਰੂ ਕਹਿੰਦੇ ਨੇ ਜਿਹੜੇ ਜੀਵ ਮਾਲਕ ਨੂੰ ਮਿਲੇ ਹੋਏ ਹਨ, ਨਾਰਾਇਣ ਨੂੰ ਮਿਲੇ ਹੋਏ ਹਨ, ਨਾਨਕ ਏਕ, ਉਹ ਇੱਕ ਵਾਹਿਗੁਰੂ ਦਾ ਰੂਪ ਹੀ ਹੋ ਗਏ ਨੇ। ਅਤੇ ਜਿਹੜੇ ਉਹਦੇ ਰੂਪ ਹੋ ਗਏ, ਅਸਲ ਦੇ ਵਿੱਚ ਉਹ ਉਹਦੇ ਸੇਵਕ ਨੇ। ਸੇਵਕ ਵੀ ਦੋ ਤਰੀਕਿਆਂ ਦੇ ਨੇ ਨਾ, ਇੱਕ ਤਾਂ ਅਸੀਂ ਹੋ ਗਏ, ਤੁਹਾਡੀ ਕੀ ਗੱਲ ਕਰਨੀ, ਆਪਣੀ ਗੱਲ ਕਰ ਲਈਏ। ਇੱਕ ਤਾਂ ਹੋ ਗਏ ਸੇਵਕ ਸਾਡੇ ਵਰਗੇ ਵੀ ਉਹਦੇ ਵਿੱਚੋਂ ਕੁਝ ਚਾਹੀਦਾ ਹੈ ਅਤੇ ਸੇਵਕ ਹੈ, ਕੁਝ ਨਹੀਂ ਦੇ ਰਿਹਾ ਤਾਂ ਨਾਰਾਜ਼ਗੀ ਵੀ ਹੋ ਗਈ ਉਹਦੇ ਨਾਲ।
ਇੱਕ ਸੇਵਕ ਇੱਦਾਂ ਦੇ ਹੁੰਦੇ ਨੇ ਗਿਣਤੀਆਂ ਮਿਣਤੀਆਂ ਵਾਲੇ, ਵੀ ਤੂੰ ਮੈਨੂੰ ਦੇਈ ਜਾ ਦਾਤਾਂ ਅਤੇ ਮੈਂ ਤੇਰੇ ਮੱਥੇ ਟੇਕੀ ਜਾਣਾ, ਜਿੱਦਣ ਤੇਰੇ ਕੋਲੋਂ ਦਾਤਾਂ ਨਾ ਦਿੱਤੀਆਂ ਗਈਆਂ ਤਾਂ ਮੈਂ ਤੈਨੂੰ ਕੀ ਕਰਨਾ। ਉਹ ਇੱਦਾਂ ਦੇ ਸੇਵਕ ਹੋ ਗਏ। ਇੱਕ ਸੇਵਕ ਹੁੰਦਾ ਜਿਹੜਾ ਅਨੁਭਵ ਦੇ ਵਿੱਚੋਂ ਸੇਵਕ ਬਣਿਆ ਹੈ, ਜਿਹੜਾ ਵਾਕਿਆ ਹੀ ਉਹਦੇ ਅੰਦਰੋਂ ਇੱਕ ਦਾਸ ਭਾਵ ਜਾਗਿਆ ਹੈ ਵੀ ਮੈਂ ਰੱਬ ਦਾ ਸੇਵਕ ਬਣਿਆ ਹਾਂ। ਉਹ ਫਿਰ ਗੁਰੂ ਸਾਹਿਬ ਕਹਿੰਦੇ ਵੀ ਉਹ ਕਿੱਦਾਂ ਸ਼ੁਰੂ ਹੁੰਦੀ ਹੈ ਗੱਲ। ਠਾਕੁਰ ਕਾ ਸੇਵਕ ਆਗਿਆਕਾਰੀ, ਜਿਹੜਾ ਰੱਬ ਦਾ ਸੇਵਕ ਹੈ ਨਾ ਹਰ ਵੇਲੇ ਆਗਿਆਕਾਰੀ ਹੈ। ਇਹ ਨਹੀਂ ਵੀ ਚੰਗਾ ਚੰਗਾ ਕਰ ਮੰਨੈ ਮੰਦਾ ਬੰਦਾ ਸੋਏ, ਜਿਹੜਾ ਮੇਰੇ ਲਈ ਚੰਗਾ ਉਹ ਤਾਂ ਰੱਬ ਨੇ ਬੜਾ ਕਮਾਲ ਦਾ ਕੀਤਾ, ਜਿਹੜਾ ਮੇਰੇ ਲਈ ਮਾੜਾ ਰੱਬ ਨੂੰ ਕਿੱਥੇ ਪਤਾ ਲੱਗਦਾ। ਹਜ਼ੂਰ ਕਹਿੰਦੇ ਇੱਦਾਂ ਦਾ ਨਹੀਂ। ਠਾਕੁਰ ਕਾ ਸੇਵਕ ਆਗਿਆਕਾਰੀ, ਹਰ ਵੇਲੇ ਉਹਦੀ ਆਗਿਆ ਦੇ ਵਿੱਚ ਤੁਰਨ ਵਾਲਾ ਹੈ। ਠਾਕੁਰ ਕਾ ਸੇਵਕ ਸਦਾ ਪੂਜਾਰੀ। ਆ ਵੇਖੋ ਉਹ ਗੱਲ ਆ ਗਈ ਜੋ ਅਸੀਂ ਪਹਿਲਾਂ ਵਿਚਾਰੀ ਹੈ, ਸਦਾ ਹੀ ਪੂਜਾ ਕਰਦਾ ਹੈ। ਹੁਣ ਸਦਾ ਥਾਲੀ ਫੜ ਕੇ ਤੇ ਪੂਜਾ ਕਰ ਹੀ ਨਹੀਂ ਸਕਦਾ। ਸਦਾ ਪੁਜਾਰੀ ਦਾ ਮਤਲਬ ਹੈ ਜਿੱਦਾਂ ਸਾਹ ਸਦਾ ਆ ਰਿਹਾ ਹੈ ਨਾ, ਇੱਦਾਂ ਉਹਦਾ ਧਿਆਨ ਮਾਲਕ ਦੇ ਵਿੱਚ ਸਦਾ ਹੈ। ਇਹ ਜ਼ਿੰਦਗੀ ਦਾ ਅਨੁਭਵ ਦਾ ਪਾਸਾ ਹੈ। ਬੜੇ ਕਮਾਲ ਦੀਆਂ ਖੇਡਾਂ ਨੇ। ਹਜ਼ੂਰ ਕਹਿੰਦੇ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ। ਪ੍ਰਤੀਤ ਦਾ ਮਤਲਬ ਹੁੰਦਾ ਹੈ ਯਕੀਨ। ਹਜ਼ੂਰ ਕਹਿੰਦੇ ਨੇ ਉਹਦੇ ਮਨ ਦੇ ਵਿੱਚ ਰੱਬ ਦੇ ਪ੍ਰਤੀ ਯਕੀਨ ਹੈ, ਰੱਬ ਦੇ ਪ੍ਰਤੀ ਸ਼ਰਧਾ ਹੈ। ਫਿਰ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਰੱਬ ਦੇ ਸੇਵਕ ਦੀ ਰੀਤੀ, ਉਹਦਾ ਜ਼ਿੰਦਗੀ ਜੀਣ ਦਾ ਤਰੀਕਾ ਬੜਾ ਪਵਿੱਤਰ ਹੁੰਦਾ ਹੈ। ਠਾਕੁਰ ਕੋ ਸੇਵਕ ਜਾਣੈ ਸੰਗ। ਠਾਕੁਰ ਨੂੰ, ਰੱਬ ਨੂੰ ਸੇਵਕ ਜੋ ਹੈ ਉਹ ਹਰ ਵੇਲੇ ਆਪਣੇ ਅੰਗ ਸੰਗ ਸਮਝਦਾ ਹੈ। ਪ੍ਰਭ ਕਾ ਸੇਵਕ ਨਾਮ ਕੈ ਰੰਗ। ਵਾਹਿਗੁਰੂ ਦਾ ਜੋ ਸੇਵਕ ਹੈ, ਹਜ਼ੂਰ ਕਹਿੰਦੇ ਨੇ ਉਹਦੇ ਨਾਮ ਦੇ ਰੰਗ ਦੇ ਵਿੱਚ, ਨਾਮ ਦੇ ਪਿਆਰ ਦੇ ਵਿੱਚ ਰਹਿੰਦਾ ਹੈ। ਇੱਥੋਂ ਨਾ ਇੱਕ ਹੋਰ ਥੋੜ੍ਹਾ ਜਿਹਾ ਸਮਝ ਲੈਣਾ ਜ਼ਿੰਦਗੀ ਦੇ, ਜੇ ਆਪ ਜੀ ਅਨੁਭਵ ਵਾਲੇ ਪਾਸੇ ਤੁਰੇ ਜੇ, ਅਤੇ ਜਿਹੜੇ ਸਾਧੂ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹ ਵੇਖੋ ਬੜੀ ਬੇਪਰਵਾਹੀ ਜੀਤ ਜੀਂਦੇ ਨੇ। ਨਾ ਤਾਂ ਉਹਨਾਂ ਨੂੰ ਇੱਦਾਂ ਕਹਿ ਲਈਏ ਵੀ ਸਾਡੇ ਵਰਗੀਆਂ ਚਿੰਤਾਵਾਂ, ਦੁਨੀਆ ਭਰੀ ਜਾਂਦੀ ਹੈ ਚਿੰਤਾ ਦੇ ਨਾਲ। ਉਹ ਇੱਕ ਅੱਧੀ ਇਹੋ ਜਿਹੀ ਗੱਲ ਬੋਲਦੇ ਨੇ, ਬੰਦੇ ਨੂੰ ਇੰਝ ਲੱਗਦਾ ਵੀ ਇਹਨਾਂ ਤਾਂ ਮੇਰਾ ਮਜ਼ਾਕ ਉਡਾ ਦਿੱਤਾ, ਪਰ ਅਸਲ ਦੇ ਵਿੱਚ ਉਹ ਹੁੰਦੇ ਹੀ ਇੰਨੇ ਬੇਪਰਵਾਹ ਨੇ। ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਪ੍ਰਭਾਵ ਹੀ ਨਹੀਂ ਹੁੰਦਾ। ਸਤਿਗੁਰੂ ਕੀ ਕਹਿ ਰਹੇ ਨੇ, ਨਾਮ ਕੈ ਰੰਗ, ਨਾਮ ਦੇ ਪਿਆਰ ਦੇ ਵਿੱਚ ਐ ਮਸਤ ਹੋ ਕੇ ਤੁਰੇ ਫਿਰਦੇ ਨੇ। ਉਹਨਾਂ ਨੂੰ ਕੀ ਚਿੰਤਾ ਹੈ ਦੁਨੀਆਵੀ ਗੱਲਾਂ ਦੀ। ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਨਹਾਰਾ। ਆਪਣੇ ਸੇਵਕਾਂ ਨੂੰ ਪਾਲਣ ਵਾਲਾ ਹੈ ਮਾਲਿਕ। ਇਹ ਨਹੀਂ ਵੀ ਬਾਕੀਆਂ ਨੂੰ ਪਾਲਦਾ ਨਹੀਂ ਹੈ, ਪਰ ਸਤਿਗੁਰੂ ਕਹਿੰਦੇ ਨੇ ਭਾਈ ਮਾਲਕ ਇੱਦਾਂ ਦਾ ਹੈ, ਜਿਹੜੇ ਉਹਦੇ ਪਿਆਰੇ ਨੇ ਫਿਰ ਉਹਨਾਂ ਦੀਆਂ ਬਖਸ਼ਿਸ਼ਾਂ ਦਾ ਪਾਸਾ ਵੀ ਤੇ ਹੋਰ ਤਰੀਕੇ ਦਾ ਹੈ ਨਾ। ਜੋ ਉਹਨਾਂ ਨੇ ਮੰਗਿਆ ਹੀ ਨਹੀਂ ਦੂਜਿਆਂ ਨੇ, ਉਹਨਾਂ ਨੂੰ ਉਹ ਮਿਲ ਵੀ ਕੀ ਜਾਵੇ। ਇਹ ਵੀ ਇੱਕ ਸਬਜੈਕਟ ਹੈ ਗੁਰਬਾਣੀ ਦਾ, ਕਿੰਨਾਂ ਨੂੰ ਪਾਲਦਾ ਹੈ ਅਤੇ ਕਿਵੇਂ ਪਾਲਦਾ ਹੈ। ਇੱਕ ਤਾਂ ਰਿਜ਼ਕ ਜਿਹਾ ਹੁੰਦਾ ਨਾ ਵੀ ਸਾਰਿਆਂ ਨੂੰ ਮਿਲ ਜਾਣਾ, ਜਿੱਦਾਂ ਸਕੂਲੇ ਪੜ੍ਹਨ ਗਏ ਅਤੇ ਡੈਸਕ 'ਤੇ ਸਾਰਿਆਂ ਨੂੰ ਮਿਲ ਹੀ ਜਾਣੇ ਨੇ, ਬੁੱਕਸ ਸਾਰਿਆਂ ਨੂੰ ਮਿਲ ਹੀ ਜਾਣੀਆਂ ਨੇ, ਪਰ ਜਿਹਨੇ ਪੜ੍ਹ ਲਿਆ ਟੀਚਰ ਦੀ ਖੁਸ਼ੀ ਉਹਦੇ ਉੱਤੇ ਆ ਗਈ। ਬਸ ਇੰਨਾ ਕੁ ਫਰਕ ਹੈ। ਹਜ਼ੂਰ ਕਹਿੰਦੇ ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਨਿਰੰਕਾਰ ਵਾਹਿਗੁਰੂ ਆਪਣੇ ਸੇਵਕ ਦੀ ਇੱਜ਼ਤ ਹਰ ਥਾਂ ਦੇ ਉੱਤੇ ਰੱਖਦਾ ਹੈ। ਪਰ ਇਹੋ ਜਿਹਾ ਸੇਵਕ ਬਣਦਾ ਕੌਣ ਹੈ? ਸੋ ਸੇਵਕ ਜਿਸ ਦਇਆ ਪ੍ਰਭ ਧਾਰੈ। ਭਾਈ ਸੇਵਕ ਬਣਦਾ ਵੀ ਉਹ ਹੈ ਜਿਹਦੇ 'ਤੇ ਰੱਬ ਆਪਣੀ ਕਿਰਪਾ ਕਰੇ। ਨਹੀਂ ਤਾਂ ਇੱਦਾਂ ਵੀ ਗੁਰੂ ਸਾਹਿਬ ਨੇ ਗੱਲ ਬੋਲੀ ਹੈ ਨਾ, ਸੇਵਾ ਥੋੜ੍ਹੀ ਮੰਗ ਨ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਸੇਵਾ ਤਾਂ ਬਿਲਕੁਲ ਥੋੜ੍ਹੀ ਜਿਹੀ ਕੀਤੀ ਅਤੇ ਪਰ ਮੰਗ ਸਭ ਤੋਂ ਜ਼ਿਆਦਾ ਵੱਡੀ ਹੋ ਗਈ। ਅਤੇ ਫਿਰ ਉਹ ਕੀ ਹੁੰਦਾ ਵੀ ਗਿਣਤੀਆਂ ਮਿਣਤੀਆਂ ਵਾਲੇ ਸੇਵਕ ਹੋ ਗਏ। ਹਜ਼ੂਰ ਕਹਿੰਦੇ ਨਹੀਂ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ। ਰੱਬ ਦਇਆ ਕਰੇ ਤੇ ਉਹ ਸੇਵਕ ਹੈ। ਨਾਨਕ ਸੋ ਸੇਵਕ ਸਾਸ ਸਾਸ ਸੰਭਾਰੇ। ਸਤਿਗੁਰੂ ਕਹਿੰਦੇ ਹਰ ਸਾਹ ਦੇ ਨਾਲ ਸੇਵਕ ਰੱਬ ਨੂੰ ਚੇਤੇ ਰੱਖਦਾ ਹੈ। ਇੱਕ ਥਾਂ ਦੇ ਉੱਤੇ ਗੁਰੂ ਸਾਹਿਬ ਇਹ ਕਹਿੰਦੇ ਨੇ ਨਾ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਵੀ ਰੱਬ ਹਰ ਸਾਹ ਦੇ ਨਾਲ ਉਹਨੂੰ ਚੇਤੇ ਰੱਖਦਾ ਹੈ। ਇੱਥੇ ਮਹਾਰਾਜ ਕਹਿੰਦੇ ਸੇਵਕ ਰੱਬ ਨੂੰ ਹਰ ਸਾਹ ਦੇ ਨਾਲ ਚੇਤੇ ਰੱਖਦਾ ਹੈ। ਫਿਰ ਅਗਲੇ ਬਚਨ, ਰੱਬ ਦੀ ਬਖਸ਼ਿਸ਼ ਆਪਣੇ ਜਨ ਕਾ ਪਰਦਾ ਢਾਕੈ। ਪਰਦਾ ਢੱਕਣ ਦਾ ਮਤਲਬ ਹੁੰਦਾ ਹੈ ਭਾਈ ਉਹਦੇ ਜਿਹੜੇ ਮਾੜੇ ਕਰਮ ਨੇ, ਇਹ ਨਹੀਂ ਵੀ ਉਹਦੇ ਮਾੜੇ ਕਰਮ ਨੇ ਹੁਣ ਕਿਉਂਕਿ ਹੁਣ ਸੇਵਕ ਬਣ ਗਿਆ ਹੈ ਤਾਂ ਕਰਮ ਤੇ ਸੜ ਗਏ, ਪਰ ਅਸਲ ਦੇ ਵਿੱਚ ਜਿੱਦਾਂ ਸਾਡੀਆਂ ਅੰਦਰ ਦੀਆਂ ਕੁਝ ਭਾਵਨਾਵਾਂ ਨੇ, ਸਾਰੇ ਲਗਭਗ ਇੱਦਾਂ ਦੇ ਹੁੰਦੇ ਨੇ। ਜੋ ਨਹੀਂ ਨੇ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਹੈ। ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਕੁਝ ਗੱਲਾਂ ਬਾਹਰ ਨਾ ਆਉਣ, ਹਰ ਕੋਈ ਚਾਹੁੰਦਾ ਹੈ। ਸਤਿਗੁਰੂ ਕਹਿੰਦੇ ਰੱਬ ਇੰਨੀ ਕਿਰਪਾ ਕਰਦਾ ਹੈ, ਉਹ ਆਪਣੇ ਸੇਵਕਾਂ ਦਾ ਪਰਦਾ ਢੱਕ ਦਿੰਦਾ ਹੈ। ਔਰ ਆਪਾਂ ਸਾਰੇ ਹੀ ਇਸ ਗੱਲ ਦੇ ਨਾਲ ਸਹਿਮਤ ਹੋਵਾਂਗੇ। ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਕਹਿੰਦੇ ਹਾਂ, ਰੱਬ ਨੇ ਬੜੀ ਕਿਰਪਾ ਕੀਤੀ ਹੈ ਨਾ, ਅਨਿਕ ਛਿਦਰ ਕਰ ਢਾਕਿਆ ਨਿਰਮਲ ਦ੍ਰਿਸ਼ਟੇ। ਮਹਾਰਾਜ ਕਹਿੰਦੇ ਵੀ ਸ਼ੁਕਰ ਕਰ ਵੀ ਤੂੰ ਕਿੰਨਾ ਸੋਹਣਾ ਨਜ਼ਰ ਆਉਣਾ ਹੈ। ਅਤੇ ਜੇਕਰ ਤੇਰੇ ਸਰੀਰ ਦੇ ਅੰਦਰ ਦਾ ਹਿੱਸਾ ਸਾਹਮਣੇ ਆ ਜੇ ਅਤੇ ਅੱਧੇ ਲੋਕਾਂ 'ਤੇ ਨੱਕ ਢੱਕ ਕੇ ਨਿਕਲਣ, ਪਹਿਲੀ ਗੱਲ ਤਾਂ ਤੇਰਾ ਹੀ ਨੱਕ ਬੰਦ ਹੋ ਜੇ, ਤੂੰ ਹੀ ਨਾ ਲੈ ਸਕੇ ਆਪਣੇ ਸਰੀਰ ਦੀ ਬਦਬੂ,
ਤੇ ਦੂਜੇ ਨੰਬਰ ਦੇ ਉੱਤੇ ਚਲੋ ਉਹ ਤੇ ਸਰੀਰ ਦੀ ਗੱਲ ਹੈ, ਜੋ ਮਨ ਦੇ ਵਿੱਚ ਕੂੜਾ ਕਬਾੜ ਇਕੱਠਾ ਕੀਤਾ ਹੁੰਦਾ ਦੁਨੀਆ ਨੇ, ਤੇ ਜੇ ਕਿਤੇ ਇਹ ਸਾਹਮਣੇ ਆ ਜਾਏ ਤੇ ਸਾਰਿਆਂ ਘਰਾਂ 'ਚ ਹੀ ਮਹਾਂਭਾਰਤ ਚੱਲਦੀ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸ਼ੁਕਰ ਕਰ ਵੀ ਰੱਬ ਨੇ ਇਹ ਢੱਕ ਦਿੱਤਾ ਹੈ। ਇਹ ਬੜੀ ਵੱਡੀ ਦਾਤ ਹੈ ਰੱਬ ਦੀ, ਵੀ ਜਿਹੜਾ ਅੰਦਰ ਦੇ ਖਿਆਲ ਸਾਹਮਣੇ ਹੀ ਨਹੀਂ ਆਉਂਦੇ। ਹਜ਼ੂਰ ਕਹਿੰਦੇ ਨੇ ਆਪਣੇ ਜਨ ਕਾ ਪਰਦਾ ਢਾਕੈ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ। ਬੜੇ ਪਿਆਰ ਵਾਲਾ ਬਚਨ ਹੈ। ਆਪਣੇ ਸੇਵਕ ਕੀ ਸਰ ਪਰ ਰੱਖੈ, ਸਰ ਪਰ ਦਾ ਮਤਲਬ ਹੁੰਦਾ ਜ਼ਰੂਰ, ਰੱਬ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖਦਾ ਹੈ। ਆਪਣੇ ਦਾਸ ਕੋ ਦੇ ਵਡਾਈ, ਰੱਬ ਆਪਣੇ ਸੇਵਕਾਂ ਨੂੰ ਵਡਿਆਈ ਬਖਸ਼ਦਾ ਹੈ। ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕਾਂ ਨੂੰ ਨਾਮ ਵੀ ਆਪ ਜਪਾਉਂਦਾ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ। ਜਹਾਂ ਜਹਾਂ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੇ। ਸੇਵਕ ਕੋ ਨਿਕਟੀ ਹੋਏ ਦਿਖਾਵੇ। ਮਹਾਰਾਜ ਕਹਿੰਦੇ ਸੇਵਕ ਨੂੰ ਤੇ ਰੱਬ ਇੱਦਾਂ ਨੇੜੇ ਹੋ ਕੇ ਸਾਰੀਆਂ ਚੀਜ਼ਾਂ ਦੇ ਵਿੱਚ ਵਰਤਦਾ ਮਹਿਸੂਸ ਕਰ ਦਿੰਦਾ ਹੈ। ਇਸ ਕਰਕੇ ਆਪਣੇ ਸੇਵਕ ਕੀ ਆਪ ਪਤ ਰੱਖੈ, ਮਾਲਕ ਆਪ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ। ਤਾਂ ਕਿ ਗਤ ਮਿਤ ਕੋਈ ਨਾ ਲੱਖੈ। ਹਜ਼ੂਰ ਕਹਿੰਦੇ ਨੇ ਰੱਬ ਦੀ ਇਸ ਅਵਸਥਾ ਦੀ ਤੇ ਕੋਈ ਗਤ ਮਿਤ ਜਾਣ ਹੀ ਨਹੀਂ ਸਕਦਾ, ਤੇ ਰੱਬ ਦੇ ਸੇਵਕ ਦੇ ਬਾਰੇ ਵੀ ਕੁਝ ਨਹੀਂ ਜਾਣ ਸਕਦਾ। ਮਾਲਕ ਆਪ ਇੰਨੀ ਇੱਜ਼ਤ ਉਹਨੂੰ ਬਖਸ਼ ਦਿੰਦਾ ਹੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਛਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ। ਬੇਨਤੀ ਕਰਦੇ ਵਾਂ, ਸਾਡੀਆਂ ਸ਼ਾਇਦ ਮੈਂ ਪਹਿਲਾਂ ਵੀ ਗੱਲ ਕੀਤੀ ਹੋਵੇ ਨਾ, ਅਸੀਂ ਜਿਹੋ ਜਿਹੇ ਸਮਾਜ ਦੇ ਵਿੱਚ ਰਹਿੰਦੇ ਹਾਂ, 'ਚ ਵਹਿਮ ਭਰਮ ਬੜੀ ਛੇਤੀ ਲੋਕਾਂ ਨੂੰ ਪੈ ਜਾਂਦੇ ਨੇ ਵੀ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ, ਅਸੀਂ ਉੱਦਾਂ ਤਾਂ ਕਦੀ ਬਿਮਾਰ ਹੀ ਨਹੀਂ ਸੀ ਹੋਣਾ, ਅਤੇ ਤਾਂ ਹੋਏ ਹਾਂ ਵੀ ਸਾਨੂੰ ਕਿਸੇ ਨੇ ਕੁਝ ਕੀਤਾ। ਮੈਂ ਅਕਸਰ ਕਹਿੰਦਾ ਹੁੰਦਾ ਵੀ ਸਾਡੇ ਅੱਧੇ ਲੋਕਾਂ ਨੇ ਨਹੀਂ ਲੱਗਦਾ ਵੀ ਸਾਡੀ ਬਿਮਾਰੀ ਸਾਡੀ ਵਜ੍ਹਾ ਕਰਕੇ ਆਈ ਹੈ, ਉਹਨੂੰ ਲੱਗਦਾ ਵੀ ਕਿਸੇ ਨੇ ਬਿਮਾਰ ਕੀਤਾ। ਇੱਦਾਂ ਹੀ ਕਾਰੋਬਾਰ ਦੀ ਗੱਲ ਹੈ, ਇੱਦਾਂ ਹੀ ਬਾਕੀ ਚੀਜ਼ਾਂ ਦੀ ਗੱਲ ਹੈ। ਸਤਿਗੁਰੂ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ ਦੇ ਵਹਿਮ ਦੇ ਵਿੱਚੋਂ ਸੇਵਕ ਬਾਹਰ ਨਿਕਲੇ। ਅਸੀਂ ਬਾਹਰ ਨਿਕਲਣਾ ਹੈ। ਕੋਈ ਕਿਸੇ ਨੂੰ ਕੁਝ ਨਹੀਂ ਜੇ ਕਰ ਸਕਦਾ ਜੇ ਰੱਬ ਨੇ ਕਿਰਪਾ ਕੀਤੀ ਹੈ ਤੇ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਲੋਕੀ ਤੁਰੇ ਫਿਰਦੇ ਬਾਬਿਆਂ ਦੇ ਕੋਲ, ਤੇ ਬਾਬੇ ਅੱਗੇ ਪਹਿਲਾਂ ਜਾਲ 'ਚ ਫਸਾਉਣ ਨੂੰ ਤਿਆਰ ਨੇ ਵੀ ਹੁਣ ਤੂੰ ਆ ਗਿਆ ਤੈਨੂੰ ਨਿਕਲਣ ਨਹੀਂ ਦੇਣਾ। ਹਜ਼ੂਰ ਕਹਿੰਦੇ ਪ੍ਰਭ ਕੇ ਸੇਵਕ ਕਉ ਨਾ ਪਹੁੰਚੇ, ਰੱਬ ਦੇ ਸੇਵਕ ਦੇ ਵੱਲ ਕੋਈ ਵੇਖ ਵੀ ਨਹੀਂ ਸਕਦਾ। ਮਤਲਬ ਕੋਈ ਕੀ ਕਰ ਸਕਦਾ ਜਿਹਦੇ ਵੱਲ ਰੱਬ ਹੈ, ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਸਾਨੂੰ ਯਕੀਨ ਵੀ ਤਾਂ ਹੋਵੇ ਨਾ ਰੱਬ ਦੇ ਉੱਤੇ ਵੀ ਰੱਬ ਮੇਰੇ ਵੱਲ ਹੈ, ਕੋਈ ਮੇਰਾ ਕੀ ਵਿਗਾੜ ਸਕਦਾ। ਇੱਥੇ ਲੋਕਾਂ ਨੂੰ ਕਹਿ ਦਿੰਦੇ ਆ ਵੀ ਤੁਹਾਡੇ ਤੇ ਘਰ ਕਿਸੇ ਨੇ ਕੁਝ ਕਰ ਦਿੱਤਾ, ਬਸ ਫਿਰ ਤੁਰ ਪਏ ਚਿੱਟੇ ਤੇ ਨੀਲੇ ਪ੍ਰਸ਼ਾਦਾਂ ਦੇ ਵਿੱਚ ਵੀ ਹੁਣ ਤੇ ਪੀਲੇ ਪ੍ਰਸ਼ਾਦਾਂ ਨੇ ਹਟਾਉਣਾ ਜੋ ਕਰ ਦਿੱਤਾ। ਇਹ ਕੀ ਖਿਆਲ ਹੈ ਸਾਡਾ? ਸਤਿਗੁਰੂ ਕਹਿੰਦੇ ਭਾਈ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਉਹਨੂੰ ਵਿਸ਼ਵਾਸ ਵਿੱਚ ਵੀ ਤੇ ਲੈ ਕੇ ਚੱਲੋ ਨਾ। ਮੈਂ ਰਾਤੀ ਵੀ ਬੇਨਤੀ ਕੀਤੀ ਸੀ ਵੀ ਜੇ ਵੱਡਾ ਹੈ ਗੁਰੂ ਨਾਨਕ ਤਾਂ ਫਿਰ ਡਰ ਕਾਹਦਾ ਹੈ ਵੀ ਕੋਈ ਕੀ ਕਰ ਸਕਦਾ ਹੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਰੱਬ ਦੇ ਸੇਵਕ ਵੱਲ ਕੋਈ ਵੇਖ ਵੀ ਨਹੀਂ ਸਕਦਾ। ਹਜ਼ੂਰ ਕਹਿੰਦੇ ਨੇ ਪ੍ਰਭ ਕੇ ਸੇਵਕ ਊਚ ਤੇ ਉੱਚੇ, ਰੱਬ ਦੇ ਸੇਵਕ ਉੱਚਿਆਂ ਤੋਂ ਉੱਚੇ ਨੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਪ੍ਰਭੂ ਨੇ ਜਿਸ ਸੇਵਕ ਨੂੰ ਆਪਣੀ ਸੇਵਾ ਦੇ ਵਿੱਚ ਲਾ ਦਿੱਤਾ ਹੈ, ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ। ਉਹ ਸੇਵਕ ਤੇ ਭਾਈ ਦਹਾਂ ਦਿਸ਼ਾਵਾਂ ਦੇ ਵਿੱਚ ਭਾਵ ਕਿ ਹਰ ਪਾਸੇ ਪ੍ਰਗਟ ਹੋ ਗਿਆ। ਨਿੱਕੀ ਕੀਰੀ ਮਹਿ ਕੱਲ ਰੱਖੇ। ਮਰਦ ਕਹਿੰਦੇ ਰੱਬ ਜਿਹੜਾ ਹੈ ਨਾ, ਇੱਕ ਛੋਟੀ ਜਿਹੀ ਕੀੜੀ ਦੇ ਵਿੱਚ ਵੀ ਬੜੀ ਤਾਕਤ ਰੱਖ ਦਿੰਦਾ ਹੈ। ਆ ਮੱਛਰ ਕੀ ਹੈ, ਸਾਡੇ ਤੋਂ ਬੈਠਾ ਹੋਵੇ ਤਾਂ ਭਾਵੇਂ ਜਿੰਨੇ ਮਰਜ਼ੀ ਮਾਰ ਦਈਏ, ਅਤੇ ਜੇ ਇਹ ਬਿਮਾਰੀ ਫੈਲਾਉਣ ਦੇ ਉੱਤੇ ਆ ਜਾਏ ਤਾਂ ਫਿਰ ਵੇਖੋ ਕੀ ਕਰਕੇ ਰੱਖ ਦਿੰਦਾ। ਹਜ਼ੂਰ ਕਹਿੰਦੇ ਛੋਟੀ ਜਿਹੀ ਕੀੜੀ ਦੇ ਵਿੱਚ ਆ ਵਾਇਰਸ ਹੀ ਚੱਲਦਾ ਪਿਆ ਨਾ, ਵੇਖ ਲਓ ਕੀ ਹੋਂਦ ਰੱਖਦਾ ਹੈ। ਸਤਿਗੁਰੂ ਨੇ ਇਸ ਕਰਕੇ ਬੋਲਿਆ ਵੀ ਜੇ ਰੱਬ ਨੇ ਕੁਝ ਕਰਨਾ ਹੈ ਨਾ ਤਾਂ ਫਿਰ ਉਹਨੇ ਇਹ ਨਹੀਂ ਵੇਖਣਾ ਵੀ ਵੱਡਿਆਂ ਵੱਡਿਆਂ ਦੇ ਕੋਲੋਂ ਕੁਝ ਕਰਾਉਣਾ ਹੈ। ਛੋਟੀਆਂ ਚੀਜ਼ਾਂ ਦੇ ਵਿੱਚ ਹੀ ਉਹ ਇੰਨੀ ਤਾਕਤ ਰੱਖਦਾ ਹੈ। ਨਿੱਕੀ ਕੀਰੀ ਮਹਿ ਕੱਲ ਰੱਖੈ, ਨਿੱਕੀ ਜਿਹੀ ਕੀੜੀ ਦੇ ਵਿੱਚ ਵੀ ਇੰਨੀ ਤਾਕਤ ਰੱਖਦਾ ਹੈ। ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਭਸਮ ਦਾ ਮਤਲਬ ਹੈ ਸੁਆਹ, ਲਸ਼ਕਰ ਦਾ ਮਤਲਬ ਹੈ ਫੌਜ। ਲੱਖਾਂ ਕਰੋੜਾਂ ਦੀ ਫੌਜ ਨੂੰ ਉਹ ਜਿਹੜੀ ਕੀੜੀ ਹੈ ਨਾ ਉਹ ਸਵਾਹ ਕਰਕੇ ਰੱਖ ਸਕਦੀ ਹੈ, ਖਤਮ ਕਰਕੇ ਰੱਖ ਸਕਦੀ ਹੈ। ਜਿਸ ਕਾ ਸਾਸ ਨਾ ਕੱਢਤ ਆਪ, ਪਰ ਮਹਾਰਾਜ ਕਹਿੰਦੇ ਨੇ ਜਿਹਦਾ ਸਾਹ ਰੱਬ ਨੇ ਆਪ ਨਾ ਕੱਢਣਾ ਹੋਵੇ, ਤਾਕੋ ਰੱਖਤ ਦੇ ਕਰ ਹਾਥ, ਰੱਬ ਉਹਨੂੰ ਆਪਣੇ ਹੱਥ ਦੇ ਕੇ ਰੱਖ ਲੈਂਦਾ। ਹੁਣ ਤਾਂ ਸਾਡੇ ਸਾਹਮਣੇ ਇੱਦਾਂ ਦੀ ਵੀਡੀਓਜ਼ ਬੜੀਆਂ ਆ ਜਾਂਦੀਆਂ ਨੇ ਨਾ ਵੀ ਬੰਦਾ ਤੁਰਿਆ ਜਾਂਦਾ ਅਤੇ ਡਿੱਗ ਪਿਆ ਅਤੇ ਪਤਾ ਹੀ ਨਹੀਂ ਲੱਗਾ ਜ਼ਿੰਦਗੀ ਖਤਮ ਹੋ ਗਈ, ਅਤੇ ਕਿਸੇ ਵੇਲੇ ਲੱਗਦਾ ਵੀ ਬਸ ਪਤਾ ਨਹੀਂ ਕਿੱਦਾਂ ਬਚ ਗਿਆ। ਅਸੀਂ ਸੋਚਦੇ ਹਾਂ ਵੀ ਨੋਰਮਲੀ ਉਹ ਨਹੀਂ ਹੁੰਦਾ, 99% ਇਹੋ ਹੀ ਹੋਵੇਗਾ ਵੀ ਬੰਦਾ ਖਤਮ ਹੀ ਹੋਵੇਗਾ, ਪਰ ਉਹਨੂੰ ਕੁਝ ਵੀ ਨਹੀਂ ਹੋਇਆ। ਅਤੇ ਦੂਜੇ ਪਾਸੇ ਚੰਗਾ ਭਲਾ ਤੁਰਿਆ ਜਾਂਦਾ ਬੰਦਾ ਸੀ, ਕੁਝ ਇਹੋ ਜਿਹਾ ਵਾਪਰ ਗਿਆ, ਕੀ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਜਿਹਦਾ ਸਾਹ ਉਹਨੇ ਨਹੀਂ ਕੱਢਣਾ ਉਹਨੂੰ ਹੱਥ ਦੇ ਕੇ ਰੱਖ ਲੈਂਦਾ, ਅਤੇ ਜੇ ਉਹਨੇ ਕੁਝ ਕਰਾਉਣਾ ਤਾਂ ਫਿਰ
ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸੱਸ ਅਕਰਖ। ਤੇ ਫਿਰ ਨਿੱਕਾ ਜਿਹਾ ਕੀੜਾ ਵੀ ਲੜ ਜਾਂਦਾ ਤੇ ਉਹ ਵੀ ਜ਼ਿੰਦਗੀ ਲੈ ਕੇ ਬਹਿ ਜਾਂਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਮਾਨਸ ਯਤਨ ਕਰਤ ਬਹੁ ਭਾਂਤ। ਬੰਦਾ ਤੇ ਬੜੀਆਂ ਤਰੀਕਿਆਂ ਦੀ ਕੋਸ਼ਿਸ਼ਾਂ ਕਰਦਾ ਹੈ, ਤਿਸਕੇ ਕਰਤਵ ਬਿਰਥੇ ਜਾਤ। ਤੇ ਜੇ ਰੱਬ ਵਿੱਚ ਸਹਾਇਤਾ ਨਾ ਕਰੇ ਸਾਰੇ ਯਤਨ ਵਿਅਰਥ ਚਲੇ ਜਾਂਦੇ ਨੇ। ਕਬੀਰ ਕਾਰਨ ਬਪੁਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ। ਜਿਹ ਜਿਹ ਡਾਲੀ ਪੱਗ ਧਰੋਂ ਸੋਈ ਮੁਰਮੁਰ ਜਾਏ। ਬੰਦੇ ਨੇ ਆਹ ਕੋਸ਼ਿਸ਼ ਕੀਤੀ ਉਹ ਵੀ ਫੇਲ, ਅਗਲੀ ਕੋਸ਼ਿਸ਼ ਕੀਤੀ ਉਹ ਵੀ ਫੇਲ। ਤਿਸਕੇ ਕਰਤਵ ਬਿਰਥੇ ਜਾਤ, ਮਾਰੈ ਨਾ ਰਾਖੈ ਅਵਰ ਨਾ ਕੋਏ। ਮਹਾਰਾਜ ਕਹਿੰਦੇ ਨੇ ਭਾਈ ਮਾਰਨ ਵਾਲਾ ਤੇ ਰੱਖਣ ਵਾਲਾ ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸਰਬ ਜੀਆਂ ਕਾ ਰਾਖਾ ਸੋਏ, ਸਾਰਿਆਂ ਜੀਵਾਂ ਦਾ ਰਖਵਾਲਾ ਵੀ ਉਹ ਹੈ। ਕਾਹੇ ਸੋਚ ਕਰਹਿ ਰੇ ਪ੍ਰਾਣੀ, ਇਹ ਭਾਈ ਕਾਹਦੇ ਲਈ ਵਾਰ-ਵਾਰ ਚਿੰਤਾ ਕਰੀ ਜਾਂਦਾ ਹੈ। ਬੇਪਰਵਾਹੀ ਦੇ ਵਿੱਚ ਆ ਨਾ ਥੋੜ੍ਹਾ ਜਿਹਾ। ਕਾਹੇ ਸੋਚ, ਸੋਚ ਦਾ ਮਤਲਬ ਇਹ ਸੋਚਣਾ ਨਹੀਂ ਹੈ, ਇਹਦਾ ਮਤਲਬ ਹੈ ਵੀ ਜਿਹੜੀ ਫਜ਼ੂਲ ਦੀ ਚਿੰਤਾ ਲਈ ਫਿਰਦਾ ਹੈ। ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਉਸ ਰੱਬ ਨੂੰ ਚੇਤੇ ਕਰ ਜਿਹੜਾ ਅਸਚਰਜ ਹੈ ਤੇ ਜਿਹੜਾ ਲਖਿਆ ਨਹੀਂ ਜਾ ਸਕਦਾ, ਉਹਨੂੰ ਜਪ। ਬਾਰੰਬਾਰ ਬਾਰ ਪ੍ਰਭ ਜਪੀਏ, ਬਾਰ-ਬਾਰ ਜਿੰਨੀ ਵਾਰ ਵੀ ਹੋ ਸਕੇ ਉਸ ਮਾਲਕ ਦਾ ਸਿਮਰਨ ਕਰੀਏ। ਪੀ ਅੰਮ੍ਰਿਤ ਇਹ ਮਨ ਧਨ ਤ੍ਰਪੀਐ। ਮਹਾਰਾਜ ਕਹਿੰਦੇ ਨਾਮ ਅੰਮ੍ਰਿਤ ਨੂੰ ਪੀ ਕੇ ਜਿੰਨੀ ਵਾਰ ਜਪਦੇ ਪਏ ਹਾਂ ਆਪਣੇ ਅੰਦਰ ਨਾਮ ਅੰਮ੍ਰਿਤ ਲੈ ਕੇ ਜਾ ਰਹੇ ਹਾਂ। ਇਸ ਬਾਣੀ ਨੂੰ ਜਪ ਕੇ ਆਪਣੇ ਮਨ ਤੇ ਤਨ ਨੂੰ ਤ੍ਰਿਪਤ ਕਰੀਏ। ਨਾਮ ਰਤਨ ਜਿਨ ਗੁਰਮੁਖ ਪਾਇਆ, ਜਿਨ੍ਹਾਂ ਨੇ ਗੁਰੂ ਦੇ ਵੱਲ ਮੂੰਹ ਕਰਕੇ ਗੁਰਮੁਖਾਂ ਨੇ ਨਾਮ ਰਤਨ ਪਾ ਲਿਆ ਹੈ ਨਾ, ਨਾਮ ਨੂੰ ਸਮਝ ਲਿਆ ਹੈ। ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟਾਇਆ। ਮਹਾਰਾਜ ਕਹਿੰਦੇ ਉਹਨਾਂ ਨੂੰ ਰੱਬ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਨਾਮ ਧਨ ਨਾਮੋ ਰੂਪ ਰੰਗ। ਜਿੱਦਾਂ ਬਾਕੀ ਦੁਨੀਆ ਧਨ ਦੇ ਵੱਲ ਰੂਪ ਰੰਗ ਦੇ ਵੱਲ ਦੌੜਦੀ ਹੈ ਨਾ, ਸੁਰਤ ਦੇ ਵਿੱਚ ਇਹ ਚੀਜ਼ਾਂ ਫਸੀਆਂ ਨੇ ਵੀ ਜਾਂ ਤਾਂ ਰੂਪ ਹੋਵੇ ਤੇ ਜਾਂ ਰੰਗ ਹੋਵੇ ਤੇ ਧਨ ਪਦਾਰਥ ਹੋਣ। ਮਹਾਰਾਜ ਕਹਿੰਦੇ ਉਹਨਾਂ ਨੂੰ ਰੱਬ ਤੋਂ ਬਿਨਾਂ ਨਜ਼ਰ ਨਹੀਂ ਆਉਂਦਾ। ਇਸ ਕਰਕੇ ਨਾਮ ਹੀ ਉਹਨਾਂ ਦੇ ਲਈ ਧਨ ਹੈ। ਇਹ ਨਹੀਂ ਕਿ ਉਹ ਬਾਹਰ ਦੀਆਂ ਕਿਰਤਾਂ ਕਰਦੇ ਨਹੀਂ ਨੇ, ਪਰ ਉਹਨਾਂ ਲਈ ਪੈਸਾ ਸੈਕੰਡਰੀ ਹੈ, ਉਹਨਾਂ ਲਈ ਸ਼ਕਲਾਂ ਸੈਕੰਡਰੀ ਨੇ। ਦੁਨੀਆ ਦੀ ਹਾਲ ਵੇਖ ਲਓ, ਪੈਸਾ ਤੇ ਸ਼ਕਲਾਂ ਪ੍ਰਾਇਮਰੀ ਹੋਈਆਂ ਪਈਆਂ ਨੇ। ਬੜਾ ਇਸ ਪਾਸੇ ਤੋਂ ਸਮਝਣ ਦੀ ਲੋੜ ਹੈ। ਨਾਮ ਧਨ ਨਾਮੋ ਰੂਪ ਰੰਗ, ਨਾਮ ਹੀ ਉਹਦੇ ਲਈ ਰੂਪ ਰੰਗ ਹੈ। ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਹੀ ਉਹਦੇ ਲਈ ਸੁਖ ਹੈ ਤੇ ਹਰੀ ਦੇ ਨਾਮ ਦਾ ਹੀ ਉਹਨੂੰ ਸੰਗ ਹੈ, ਸਾਥ ਹੈ ਨਾਮ ਦਾ। ਨਾਮ ਰਸ ਜੋ ਜਨ ਤ੍ਰਿਪਤਾਨੇ, ਜਿਹੜੇ ਬੰਦੇ ਨਾਮ ਰਸ ਦੇ ਵਿੱਚ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ। ਮਨ ਤਨ ਨਾਮਹਿ ਨਾਮ ਸਮਾਨੇ, ਮਨ ਕਰਕੇ ਤੇ ਤਨ ਕਰਕੇ ਜਿਹੜੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ। ਊਠਤ ਬੈਠਤ ਸੋਵਤ ਨਾਮ, ਉੱਠਦਿਆਂ ਬੈਠਦਿਆਂ ਸੌਂਦਿਆਂ। ਹੁਣ ਉੱਠਦਿਆਂ ਬੈਠਿਆਂ ਤੇ ਹੋ ਸਕਦਾ ਹੈ ਤੇ ਸੌਂਦਿਆਂ ਕਿੱਦਾਂ ਹੋ ਸਕਦਾ ਹੈ? ਇਹਦਾ ਮਤਲਬ ਹੈ ਸੁਭਾਅ ਦੀ ਭਗਤੀ। ਅਸੀਂ ਸੁਭਾਅ ਤੋਂ ਕਿੰਨੇ ਕੁ ਧਾਰਮਿਕ ਹਾਂ। ਊਠਤ ਬੈਠਤ ਸੋਵਤ ਨਾਮ, ਹਰ ਵੇਲੇ ਮਾਲਕ ਦਾ ਨਾਮ ਉਹ ਜਪਦਾ ਹੈ। ਕਹੋ ਨਾਨਕ ਜਨ ਕੈ ਸਦ ਕਾਮ, ਰੱਬ ਦੇ ਪਿਆਰੇ ਦਾ ਸਦਾ ਹੀ ਇਹ ਕੰਮ ਹੈ। ਬੋਲੋ ਜਸ ਜੇਬਾ ਦਿਨ ਰਾਤ। ਮਹਾਰਾਜ ਕਹਿੰਦੇ ਜ਼ੁਬਾਨ ਦੇ ਨਾਲ ਉਸ ਵਾਹਿਗੁਰੂ ਨੂੰ ਬੋਲੋ। ਮੈਂ ਬੇਨਤੀ ਕਰਦਾ ਹੁੰਦਾ ਹਾਂ, ਦਿਨ ਦੇ ਵਿੱਚ ਕਿੰਨਾ ਕੁਝ ਬੋਲਦੇ ਹਾਂ ਅਸੀਂ, ਅਤੇ ਕਿੰਨਾ ਵਧੀਆ ਹੋਵੇ ਜੇ ਸਹਿਜ ਪਾਠ ਕਰਨ ਦੀ ਆਦਤ ਪਾ ਲਈਏ, ਬਾਣੀ ਵੀ ਬੋਲ ਲਈਏ, ਸੁਣਨ ਦੀ ਆਦਤ ਪਾ ਲਈਏ। ਪ੍ਰਭ ਆਪਣੇ ਜਨ ਕੀਨੀ ਦਾਤ, ਸਤਿਗੁਰੂ ਕਹਿੰਦੇ ਨੇ ਰੱਬ ਨੇ ਆਪਣੇ ਸੇਵਕਾਂ ਦੇ ਉੱਤੇ ਬਖਸ਼ਿਸ਼ ਕੀਤੀ ਆ ਵੀ ਉਹ ਇਸ ਬਾਣੀ ਨੂੰ ਬੋਲਦੇ ਨੇ। ਇਸ ਕਰਕੇ ਭਾਈ ਤੁਸੀਂ ਵੀ ਬਾਣੀ ਨੂੰ ਬੋਲੋ, ਬਾਣੀ ਨੂੰ ਪੜ੍ਹੋ। ਕਰਹਿ ਭਗਤ ਆਤਮ ਕੈ ਚਾਏ, ਆਪਣੀ ਆਤਮਾ ਦੇ ਚਾਅ ਤੋਂ ਭਗਤੀ ਕਰਦੇ ਨੇ। ਇੱਕ ਹੁੰਦੀ ਹੈ ਨਾ ਚਾਅ ਦੀ ਭਗਤੀ, ਇੱਕ ਹੁੰਦੀ ਹੈ ਬੱਝੀ ਭਗਤੀ। ਆਪਾਂ ਦੋਵੇਂ ਹੀ ਲੈ ਕੇ ਪਾਸੇ ਚੱਲਦੇ ਹੁੰਦੇ ਹਾਂ। ਸਤਿਗੁਰੂ ਕਹਿੰਦੇ ਨੇ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਭਗਤੀ ਵੀ ਦੋ ਤਰੀਕਿਆਂ ਦੀ ਹੈ। ਇੱਕ ਹੁੰਦਾ ਵੀ ਤੁਹਾਡਾ ਦਿਲ ਕਰਦਾ ਪਿਆ ਹੈ ਭਗਤੀ ਕਰਨ ਨੂੰ, ਤੁਸੀਂ ਫਿਰ ਆ ਗਏ। ਇੱਕ ਹੁੰਦਾ ਵੀ ਸੱਦੇ ਦੇ ਉੱਤੇ ਆਉਣਾ, ਉਹ ਫਿਰ ਸੱਦੇ ਦੇ ਉੱਤੇ ਆਏ ਇੱਦਾਂ ਦੇ ਹੁੰਦੇ ਨੇ, ਤੁਸੀਂ ਵੇਖਦੇ ਹੀ ਜੇ ਸਾਰੇ। ਹਜ਼ੂਰ ਕਹਿੰਦੇ ਆਤਮਾ ਦੇ ਚਾਅ ਦੇ ਨਾਲ ਭਗਤੀ ਕਰਦੇ ਨੇ। ਪ੍ਰਭ ਆਪਣੇ ਸਿਉ ਰਹਿ ਸਮਾਏ, ਆਪਣੇ ਵਾਹਿਗੁਰੂ ਦੇ ਵਿੱਚ ਸਮਾਏ ਰਹਿੰਦੇ ਨੇ। ਜੋ ਹੋਵਾ ਹੋਵਤ ਸੋ ਜਾਣੈ, ਜੋ ਹੋ ਗਿਆ ਉਹਨਾਂ ਲਈ ਬਸ ਠੀਕ ਹੈ ਵੀ ਜੋ ਹੋਵਾ ਹੋਵਤ ਸੋ ਜਾਣੈ। ਰੱਬ ਦੇ ਵੱਲੋਂ ਜੋ ਕਰ ਦਿੱਤਾ ਹੈ ਉਹਨੇ, ਉਹਨਾਂ ਲਈ ਉਹੀ ਠੀਕ ਹੈ, ਉਹਨਾਂ ਲਈ ਉਹੀ ਖੁਸ਼ ਕਰਨ ਵਾਲੀ ਗੱਲ ਹੈ। ਪ੍ਰਭ ਆਪਣੇ ਕਾ ਹੁਕਮ ਪਛਾਣੈ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦਾ ਹੁਕਮ ਹਰ ਥਾਂ ਦੇ ਉੱਤੇ ਪਛਾਣਦਾ ਹੈ ਉਹ ਸੇਵਕ। ਤਿਸ ਕੀ ਮਹਿਮਾ ਕੌਣ ਬਖਾਨੋ, ਇਹੋ ਜਿਹੇ ਸੇਵਕ ਦੀ ਮਹਿਮਾ ਗੁਰੂ ਸਾਹਿਬ ਕਹਿੰਦੇ ਮੈਂ ਕੀ ਦੱਸ ਸਕਦਾ। ਉਹ ਸੇਵਕ ਕਿੰਨੀ ਤਾਕਤ ਵਾਲਾ ਹੈ ਤੇ ਕਿੰਨੀ ਹੋਂਦ ਵਾਲਾ ਹੈ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਨੋ। ਮਹਾਰਾਜ ਕਹਿੰਦੇ ਜੇ ਮੈਂ ਉਹਦਾ ਕੋਈ ਗੁਣ ਬੋਲਦਾ ਵੀ ਹਾਂ ਤੇ ਮੈਂ ਤੇ ਉਹਦਾ ਇੱਕ ਵੀ ਗੁਣ ਨਹੀਂ ਬੋਲਦਾ।
ਮਤਲਬ ਜੇ ਮੈਂ ਉਹਦੇ ਬਾਰੇ ਕੁਝ ਬੋਲਦਾ ਵੀ ਹਾਂ ਤਾਂ ਵੀ ਕੁਝ ਨਹੀਂ ਬੋਲਿਆ ਜਾ ਰਿਹਾ ਉਹਦੇ ਬਾਰੇ। ਉਹ ਇੰਨੀ ਵੱਡੀ ਹਸਤੀ ਵਾਲਾ ਹੈ। ਤਿਸ ਕਾ ਗੁਣ ਕਹਿ ਏਕ ਨਾ ਜਾਨੋ, ਆਠ ਪਹਿਰ ਪ੍ਰਭ ਬਸਹਿ ਹਜ਼ੂਰੇ। ਹਜ਼ੂਰ ਕਹਿੰਦੇ ਉਹ ਤੇ ਇੱਦਾਂ ਦੇ ਨੇ ਜਿਹੜੇ ਅੱਠੇ ਪਹਿਰ ਮਾਲਕ ਦੀ ਹਜ਼ੂਰੀ ਦੇ ਵਿੱਚ ਵਸਦੇ ਨੇ। ਕਹੋ ਨਾਨਕ ਸੇਈ ਜਨ ਪੂਰੇ। ਮਰਦ ਕਹਿੰਦੇ ਉਹ ਪੂਰੇ ਪੁਰਸ਼ ਨੇ, ਕੰਪਲੀਟ ਨੇ, ਇਸ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਕੰਪਲੀਟ ਨੇ। ਫਿਰ ਆਖਰੀ ਪਦਾ ਹੈ, ਜਿਹੜੇ ਇੱਦਾਂ ਦੇ ਪੂਰੇ ਪੁਰਖ ਨੇ ਨਾ, ਮਨ ਮੇਰੇ ਤਿਨ ਕੀ ਓਟ ਲੈ। ਇਹ ਮੇਰੇ ਮਨ ਤੂੰ ਉਹਨਾਂ ਦਾ ਆਸਰਾ ਲੈ। ਜਿੱਦਾਂ ਬੰਦਾ ਕਾਰੋਬਾਰ ਸਿੱਖਣ ਦੇ ਲਈ ਵੱਡੇ ਕਾਰੋਬਾਰੀਆਂ ਦੀ ਗੱਲ ਪੜ੍ਹਦਾ ਹੈ ਨਾ, ਵੀ ਇਹਨੇ ਬਿਜ਼ਨਸ ਸਟਾਰਟ ਕੀਤਾ ਸੀ ਅਤੇ ਕਿੱਦਾਂ ਕਰਨਾ। ਵੇਖੋ ਕਿੰਨੇ ਨੇ ਇੰਟਰਨੈਟ ਦੇ ਉੱਤੇ ਤੁਸੀਂ ਵੇਖੋ ਉਹ ਲੋਕਾਂ ਨੂੰ ਸਲਾਹਾਂ ਦਿੰਦੇ ਨੇ। ਹਜ਼ੂਰ ਕਹਿੰਦੇ ਭਾਈ ਜ਼ਿੰਦਗੀ ਬਣਾਉਣੀ ਹੈ ਨਾ, ਜੇ ਤੂੰ ਪੂਰਾ ਹੋਣਾ ਚਾਹੁੰਦਾ ਹੈ ਤੇ ਫਿਰ ਕੀ ਕਰਨਾ ਹੈ, ਮਨ ਮੇਰੇ ਤਿਨ ਕੀ ਓਟ ਲੈ। ਜਿਉਂਦਿਆਂ ਜੀ ਉਹਨਾਂ ਬੰਦਿਆਂ ਦਾ ਆਸਰਾ ਲੈ। ਮਨ ਤਨ ਆਪਣਾ ਤਿੰਨ ਜਨ ਦੇ, ਆਪਣੇ ਮਨ ਕਰਕੇ ਅਤੇ ਤਨ ਕਰਕੇ ਉਹਨਾਂ ਦੇ ਅੱਗੇ ਹੋ ਕੇ ਸੇਵਾ ਕਰ। ਉਹਨਾਂ ਨੂੰ ਆਪਣਾ ਮਨ ਅਤੇ ਤਨ ਅਰਪ। ਜਿਨ ਜਨ ਆਪਣਾ ਪ੍ਰਭੂ ਪਛਾਤਾ। ਜਿਨ੍ਹਾਂ ਨੇ ਆਪਣਾ, ਜਿਸ ਜਨ ਨੇ ਆਪਣੇ ਵਾਹਿਗੁਰੂ ਨੂੰ ਪਛਾਣਿਆ ਹੈ, ਸੋ ਜਨ ਸਰਬ ਥੋਕ ਕਾ ਦਾਤਾ। ਥੋਕ ਦਾ ਅਰਥ ਹੈ ਪਦਾਰਥ। ਅਸੀਂ ਕੱਲ੍ਹ ਵੀ ਇਸ ਅਰਥ ਨੂੰ ਵਿਚਾਰਿਆ ਹੈ। ਉਹ ਵਾਹਿਗੁਰੂ ਦਾ ਸੇਵਕ ਜਿਹੜਾ ਹੈ ਸਾਰਿਆਂ ਪਦਾਰਥਾਂ ਦਾ ਦਾਤਾ ਹੈ, ਸਭ ਕੁਝ ਦੇਣ ਵਾਲਾ ਹੈ। ਤਿਸ ਕੀ ਸ਼ਰਨ ਸਰਬ ਸੁਖ ਪਾਵੇਂ। ਹਜ਼ੂਰ ਕਹਿੰਦੇ ਇਹੋ ਜਿਹੇ ਸੇਵਕ ਦੀ ਸ਼ਰਨ ਦੇ ਵਿੱਚ ਪਿਆ, ਇਹੋ ਜਿਹੇ ਸੇਵਕ ਦੇ ਨਾਲ ਜੁੜਿਆ ਵੀ ਇਹ ਭਾਈ ਤੂੰ ਸਾਰੇ ਸੁੱਖ ਪ੍ਰਾਪਤ ਕਰ ਲਵੇਂਗਾ। ਤਿਸ ਕੈ ਦਰਸ ਸਭ ਪਾਪ ਮਿਟਾਵੇਂ। ਉਹਦੇ 'ਤੇ ਦਰਸ਼ਨ ਕੀਤਿਆਂ ਸਾਰੇ ਪਾਪ ਉਤਰ ਜਾਣਗੇ। ਅਵਰ ਸਿਆਣਪ ਸਗਲੀ ਛਾੜ। ਹੋਰ ਚਲਾਕੀਆਂ ਕਰਨੀਆਂ ਛੱਡ ਦੇ, ਕਪਟ ਕਰਨੇ ਛੱਡ ਦੇ। ਵੀ ਕੀ ਲੋੜ ਹੈ ਇਸ ਪਾਸੇ ਜਾਣ ਦੀ, ਕੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਕਰਨ ਦੀ। ਹਜ਼ੂਰ ਕਹਿੰਦੇ ਇਹਨਾਂ ਚਲਾਕੀਆਂ ਨੂੰ ਛੱਡ ਦੇ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਸੇਵਾ ਕਰ ਉਸ ਰੱਬ ਦੇ ਪਿਆਰੇ ਦੀ, ਜਿਹਦੀ ਉੱਤੇ ਵਿਆਖਿਆ ਮਹਾਰਾਜ ਨੇ ਬੋਲੀ ਹੈ। ਇਹ ਨਾ ਸਮਝ ਲੈਣਾ ਵੀ ਜਿੰਨਿਆਂ ਕੁ ਦੀ ਸੇਵਾ ਦੁਨੀਆ ਕਰਦੀ ਫਿਰਦੀ ਹੈ ਸਾਰੇ ਰੱਬ ਦੇ ਪੁਜਾਰੀ ਨੇ। ਨਹੀਂ, ਇਹਨਾਂ ਦੇ ਵਿੱਚੋਂ ਬਹੁਤਿਆਂ ਨੇ ਤਾਂ ਆਪਣਾ ਕਾਰੋਬਾਰ ਵੀ ਬੜਾ ਵਧੀਆ ਬਣਾਇਆ ਹੋਇਆ ਹੈ। ਰੱਬ ਦੇ ਸੇਵਕ ਦੀ ਪੂਜਾ ਦਾ ਪਾਸਾ ਕੁਝ ਹੋਰ ਹੈ। ਸਾਡੀ ਜ਼ਿੰਦਗੀ 'ਚ ਆਪਣੇ ਆਪ ਹੀ ਬਦਲਾਅ ਆ ਜਾਂਦੇ ਨੇ। ਹਜ਼ੂਰ ਕਹਿੰਦੇ ਤਿਸ ਜਨ ਕੀ ਤੂੰ ਸੇਵਾ ਲਾਗ, ਆਮਨ ਜਾਣਨਾ ਹੋਵੀ ਤੇਰਾ। ਉਹਦੀ ਸੇਵਾ ਦੇ ਵਿੱਚ ਲੱਗ, ਤੇਰਾ ਆਉਣ ਜਾਣ ਨਹੀਂ ਹੋਵੇਗਾ। ਭਾਵ ਕਿ ਤੇਰਾ ਜੰਮਣ ਮਰਨ ਦਾ ਗੇੜ ਖਤਮ ਹੋ ਜਾਵੇਗਾ, ਤੇਰੀ ਭਟਕਣਾ ਮੁੱਕ ਜਾਵੇਗੀ। ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਦਾ ਉਸ ਰੱਬ ਦੇ ਸੇਵਕ ਦੇ ਪੈਰਾਂ ਨੂੰ ਪੂਜ, ਮਤਲਬ ਨਮਸਕਾਰ ਕਰ ਉਹਨੂੰ। ਪਹਿਲਾ ਪਾਸਾ ਤਾਂ ਇਹ ਹੈ ਵੀ ਉਹ ਵਾਹਿਗੁਰੂ ਜਿਹੜਾ ਹਰ ਵੇਲੇ ਕਾਇਮ ਹੈ, ਜਿਹੜਾ ਉਸ ਵਾਹਿਗੁਰੂ ਨੂੰ ਸਿਮਰਦਾ ਹੈ ਉਹਦਾ ਸੇਵਕ ਬਣ ਜਾਂਦਾ ਹੈ। ਅਤੇ ਇਹ ਮੇਰੇ ਮਨ ਇਹੋ ਜਿਹੇ ਰੱਬ ਦੇ ਸੇਵਕ ਦਾ ਆਸਰਾ ਲੈ। ਸਤਿਗੁਰੂ ਕਿਰਪਾ ਕਰਨ। 17ਵੀਂ ਅਸ਼ਟਪਦੀ ਨੂੰ ਗੁਰੂ ਬਖਸ਼ਿਸ਼ ਦੇ ਨਾਲ ਅਸੀਂ ਵਿਆਖਿਆ ਦੇ ਰੂਪ ਦੇ ਵਿੱਚ, ਅਰਥਾਂ ਦੇ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜੀ। ਮੇਰੇ ਪਾਸੋਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।